BBC ਟੋਰਾਂਟੋ ਗਾਉਂਦਾ ਪੰਜਾਬ TV ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਨਿਰੰਜਨ ਸਿੰਘ ਲੈਲ ਵੱਲੋਂ ਸਤਿ ਸ੍ਰੀ ਅਕਾਲ। ਤੇ ਅੱਜ ਮੇਰੇ ਨਾਲ PSC BSc ਪਾਵਰ ਇੰਜੀਨੀਅਰ ਐਂਡ ਆਫਿਸਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਰਿਟਾਇਰਡ ਚੀਫ ਇੰਜੀਨੀਅਰ ਡਿਪਟੀ ਚੀਫ ਇੰਜੀਨੀਅਰ ਫਕੀਰ ਚੰਦ ਜੱਸਲ ਜੀ ਮੇਰੇ ਨਾਲ ਨੇ। ਤੇ ਅਸੀਂ ਉਹਨਾਂ ਨਾਲ ਬਿਜਲੀ ਬੋਰਡ ਨਾਲ ਸੰਬੰਧਿਤ ਜਿੱਥੋਂ ਤੱਕ ਇਸ ਪ੍ਰਬੰਧ ਦੀ ਜਾਂ ਰਾਜਨੀਤਿਕ ਲੋਕਾਂ ਦੀ ਇਸ ਬਿਜਲੀ ਬੋਰਡ ਦੀ ਇਸ ਦੁਰਦਸ਼ਾ ਦੇ ਸੰਬੰਧਿਤ ਜਾਂ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਜਿਨ੍ਹਾਂ ਨੇ ਬਿਜਲੀ ਬੋਰਡ ਨੂੰ ਇਸ ਪੋਜੀਸ਼ਨ 'ਚ ਕਰ ਦਿੱਤਾ ਕਿ ਅੱਜ ਸਾਰਾ ਪੰਜਾਬ ਜਿਹੜਾ ਉਹ ਬਿਜਲੀ ਲਈ ਤਰਾਸ ਕਰ ਰਿਹਾ। ਗਰਮੀ ਦੇ ਪ੍ਰਜੋਰ ਇੰਨੀ ਤਪਸ਼ ਹੋਣ ਦੇ ਬਾਵਜੂਦ ਬਿਜਲੀ ਦਾ ਅਦਾਰਾ ਜਿਹੜਾ ਉਹ ਇਹਨਾਂ ਕੁਝ ਸਿਆਸੀ ਕੁਝ ਰਾਜਨੀਤਿਕ ਅਤੇ ਕੁਝ ਬਿਜਲੀ ਜਿਹੜੇ ਸਾਡੇ ਅਧਿਕਾਰੀਆਂ ਦੀ ਭਿੰਡ ਚੜਿਆ ਹੋਇਆ। ਸੋ ਅਸੀਂ ਅੱਜ ਗੱਲ ਕਰਾਂਗੇ ਡਿਪਟੀ ਚੀਫ ਇੰਜੀਨੀਅਰ ਫਕੀਰ ਚੰਦ ਜੱਸਲ ਜੀ ਨਾਲ। ਹਾਂਜੀ ਜੱਸਲ ਸਾਹਿਬ, ਤੁਹਾਡਾ ਬਹੁਤ ਬਹੁਤ ਸਾਡੇ ਇਸ ਚੈਨਲ 'ਤੇ ਧੰਨਵਾਦ। ਅਤੇ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਡਿਪਟੀ ਚੀਫ ਇੰਜੀਨੀਅਰ ਔਰ ਤੁਸੀਂ ਇਨਫੋਰਸਮੈਂਟ 'ਚ ਕੰਮ ਕੀਤਾ। ਤੁਸੀਂ ਆਪਣੀ ਇਸ ਜੀਵਨ ਦੌਰਾਨ ਕਿਹੜੀਆਂ ਮੁਸ਼ਕਲਾਂ ਜਾਂ ਕਿਹੜੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਜਾਂ ਹੁਣ ਤੁਸੀਂ ਪਿਛਲੇ ਦਿਨੀ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਜਿਹੜੇ ਨੇ ਟੌਪ ਮੋਸਟ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਇੱਕ ਅਰਜੀ ਦੇ ਕੇ ਇਹ ਮੰਗ ਕੀਤੀ ਹੈ ਕਿ ਇਹ ਅਧਿਕਾਰੀ ਜਿਹੜੀ ਚੀਫ ਵਿਜੀਲੈਂਸ ਬਿਊਰੋ ਨੂੰ ਡਾਇਰੈਕਟਰ ਬਿਜਲੀ ਬੋਰਡ ਨੂੰ ਇੱਕ ਸ਼ਿਕਾਇਤ ਕੀਤੀ ਸੀ, ਜਿਸ ਸ਼ਿਕਾਇਤ ਦੇ ਵਿੱਚ ਤੁਸੀਂ ਇਹ ਦਾਅਵਾ ਕੀਤਾ ਹੈ ਕਿ ਇੱਥੇ ਬਿਜਲੀ ਬੋਰਡ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੇ ਕੁਝ ਘਪਲੇ ਜਿਹੜੇ ਕੀਤੇ ਨੇ ਅਤੇ ਜਿਨ੍ਹਾਂ ਦੇ ਬਾਰੇ 'ਚ ਘਪਲਿਆਂ ਦੇ ਬਾਰੇ ਕਿ ਤੁਸੀਂ ਬਹੁਤ ਵੱਡਾ ਜ਼ਿਕਰ ਜਿਹੜਾ ਕੀਤਾ ਅਤੇ ਮੰਗ ਕੀਤੀ ਹੈ ਉਹਨਾਂ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਅਤੇ ਉਹਦੀ ਇਨਕੁਆਇਰੀ ਵਾਸਤੇ ਜਿਹੜੀ ਆ ਸਰਕਾਰ ਨੂੰ ਬੇਨਤੀ ਕੀਤੀ ਹੈ। ਉਹਦੇ ਲਈ ਆਪਾਂ ਕੁਝ ਗੱਲਾਂ ਕਰਾਂਗੇ। ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਮੈਂ ਸਭ ਤੋਂ ਪਹਿਲਾਂ BBC ਟੋਰਾਂਟੋ ਗਾਉਂਦਾ ਪੰਜਾਬ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ, ਕਿਉਂਕਿ ਤੁਸੀਂ ਇੱਕ ਪੰਜਾਬ ਦੇ ਦੁੱਖ ਨੂੰ ਸਮਝਦੇ ਹੋਏ ਜਿਹੜਾ ਕਿ ਇਹ ਪੰਜਾਬ ਦਾ ਦੁੱਖ ਹਰ ਇੱਕ ਗਰੀਬ ਤੋਂ ਲੈ ਕੇ ਅਮੀਰ ਤੱਕ ਹੈ, ਕਿਉਂਕਿ ਬਿਜਲੀ ਬੋਰਡ ਦਾ ਜਿਹੜੀ ਸਪਲਾਈ ਹੈ ਉਹ ਇੱਕ ਝੁੱਗੀ ਤੋਂ ਲੈ ਕੇ ਮਹਿਲਾਂ ਤੱਕ ਜਾਂਦੀ ਹੈ ਜੀ। ਸੋ ਮੈਂ ਇਸ ਬਿਜਲੀ ਬੋਰਡ ਦੇ ਵਿੱਚ ਬਤੌਰ SDO ਜੁਆਇਨ ਕਰਕੇ ਡਿਪਟੀ ਚੀਫ ਇੰਜੀਨੀਅਰ ਰਿਟਾਇਰ ਹੋਇਆ ਸੀ ਮਈ 2017 ਦੇ ਵਿੱਚ। ਅਤੇ ਮੈਂ ਆਪਣੀ ਡਿਊਰਿੰਗ ਸਰਵਿਸ ਵੀ ਬਹੁਤ ਕੁਛ ਦੇਖਿਆ ਜੋ ਕੁਛ ਬਿਜਲੀ ਬੋਰਡ ਦੇ ਵਿੱਚ ਨਹੀਂ ਹੋਣਾ ਚਾਹੀਦਾ, ਲੇਕਿਨ ਮਨਮਾਨੀਆਂ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਕੁਰਸੀਆਂ ਬਚਾਉਣ ਲਈ ਕੀਤੀਆਂ ਜਾਂਦੀਆਂ ਜਿਸ ਦੇ ਨਾਲ ਬਿਜਲੀ ਬੋਰਡ ਦਿਨ ਬ ਦਿਨ ਘਾਟੇ 'ਚ ਜਾ ਰਿਹਾ ਜੀ। ਔਰ ਇਹ ਜਿਹੜਾ ਘਾਟਾ ਆ ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਾਡੇ ਕੁਛ ਕੁ ਜਿਹੜੇ ਕੁਰਸੀਆਂ ਦੇ ਚਾਹਵਾਨ ਲੋਕ ਆ ਜੀ, ਜਿਹੜੇ ਕਿ ਇਹ ਸੋਚਦੇ ਆ ਕਿ ਅਸੀਂ ਮਲਾਈਦਾਰ ਹੀ ਕੁਰਸੀਆਂ 'ਤੇ ਬੈਠਣਾ ਆ, ਕਿਉਂਕਿ ਉਹਨਾਂ ਨੂੰ ਇੱਕ ਇਹ ਲੱਗਦਾ ਆ ਕਿ ਉਹ ਇਹੋ ਜਿਹੀ ਜਗ੍ਹਾ ਤੋਂ ਨਹੀਂ ਉੱਠ ਕੇ ਆਏ ਹੁੰਦੇ ਜਿਹੜੀ ਜਗ੍ਹਾ ਤੋਂ ਆਮ ਜਨਤਾ ਜੇ ਆਵੇ ਤਾਂ ਫਿਰ ਉਹਨੂੰ ਜਨਤਾ ਦਾ ਦੁੱਖ ਦਰਦ ਪਤਾ ਹੋਵੇ ਜੀ ਜੀ। ਸੋ ਮੈਂ ਜਿਹੜੀ ਸ਼ਿਕਾਇਤ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ, ਇਹ ਜਿਹੜੀ ਸ਼ਿਕਾਇਤ ਆ ਇਹ ਇੱਕ ਘਪਲਾ ਉਜਾਗਰ ਕਰਨ ਲਈ ਕੀਤੀ ਆ ਕਿ ਸਾਡੇ ਜਿਹੜੇ ਬਿਜਲੀ ਬੋਰਡ ਦੇ ਮੌਜੂਦਾ ਵੀ ਹੈ ਔਰ ਪਹਿਲਾਂ ਵੀ ਜਿਹੜੇ ਜੂਨ 2018 ਤੋਂ ਜੂਨ 2020 ਦੇ ਵਿੱਚ ਚੇਅਰਮੈਨ ਰਹੇ ਬਲਦੇਵ ਸਿੰਘ ਸਰਾਂ ਦੇ ਨਾਲ ਸੰਬੰਧਿਤ ਹੈ ਜੀ ਜੀ। ਇਹ ਜਿਹੜੀ ਸ਼ਿਕਾਇਤ ਆ ਉਹ ਇਹ ਹੈ ਕਿ 1900 ਜਦੋਂ ਦੇਸ਼ ਆਜ਼ਾਦ ਹੋਇਆ ਜੀ ਜੀ ਉਦੋਂ ਇਹੋ ਜਿਹੜੀ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਸੀ ਉਹਦੇ ਅੰਡਰ ਸਪਲਾਈ ਜਿਹੜੀ ਆ ਉਹ ਕਾਰਪੋਰੇਸ਼ਨ ਦੇ ਅੰਡਰ ਹੁੰਦੀ ਸੀ। ਫਿਰ ਹੌਲੀ ਹੌਲੀ ਉਹ ਜਿਹੜੀ ਆ ਸਾਡੇ ਬਿਜਲੀ ਬੋਰਡ ਦੇ ਅੰਡਰ ਆ ਗਈ। ਜਿਹੜੀ ਕਾਰਪੋਰੇਸ਼ਨ ਜਿਹੜੀ ਅੰਮ੍ਰਿਤਸਰ ਦੀ ਹੈ ਉਹਦੀ ਇੰਟਰਨਲ ਜਿਹੜੀ ਸ਼ਹਿਰੀ ਜਿਹੜੀ ਸਪਲਾਈ ਸੀ ਉਹ ਕਾਰਪੋਰੇਸ਼ਨ ਚਲਾਉਂਦੀ ਸੀ ਕਿ ਜਾਂ ਜਿਹੜੀ ਟੋਟਲ ਜਿਹੜਾ ਸਰਕਲ ਜਾਂ ਜਿਹੜਾ ਟੋਟਲ ਬਿਜਲੀ ਬੋਰਡ ਦਾ ਅੰਮ੍ਰਿਤਸਰ ਦਾ ਅਦਾਰਾ ਉਹ ਮਤਲਬ ਕਾਰਪੋਰੇਸ਼ਨ ਕੋਲੇ ਸੀ?
ਕਾਰਪੋਰੇਸ਼ਨ ਦਾ ਜਿਹੜਾ ਅਦਾਰਾ ਸੀ ਸਿਰਫ ਉਹ ਹੀ ਕਾਰਪੋਰੇਸ਼ਨ ਦੇ ਕੋਲ ਸੀ। ਬਾਕੀ ਜਿਹੜਾ ਅਦਾਰਾ ਸਾਡੇ ਬਿਜਲੀ ਬੋਰਡ ਦੇ ਨਾਲ ਹੀ ਸੰਬੰਧਿਤ ਸੀ, ਕਿਉਂਕਿ ਕਾਰਪੋਰੇਸ਼ਨ ਦਾ ਅਦਾਰਾ ਕਾਰਪੋਰੇਸ਼ਨ ਤੱਕ ਹੀ ਸੀਮਿਤ ਹੁੰਦਾ ਹੈ ਜੀ। ਉਸ ਦੇ ਵਿੱਚ ਸਬਰਬਨ ਸਰਕਲ ਸਾਡਾ ਇੱਕ ਐਸਸੀ ਜਿਹੜਾ ਨਿਗਰਾਨ ਇੰਜੀਨੀਅਰ ਬਹਿੰਦਾ ਉਹਦਾ ਦਫ਼ਤਰ ਹੈ ਜੀ। ਉਹ ਦਫ਼ਤਰ ਜਿਹੜਾ ਉਹ ਮਕਬੂਲ ਰੋਡ ਕੋਠੀ ਨੰਬਰ 4 ਦੇ ਵਿੱਚ ਸੀ ਜੀ। ਇਹ ਜਿਹੜੀ ਕੋਠੀ ਨੰਬਰ 4 ਸੀ ਇਹਦੇ ਵਿੱਚ ਕੁਝ ਜਿਹੜੇ ਲੋਕ ਸੀਗੇ ਉਹ ਰੈਂਟ ਕਬੂਲ ਕਰਦੇ ਸੀ, ਰੈਂਟ ਲੈਂਦੇ ਸੀ, ਜਿਹੜਾ ਕਿ ਨੀਅਰ ਅਬਾਊਟ 400 ਤੋਂ ਘੱਟ ਸੀ। ਪਰ ਉਹ ਵੀ ਰੈਂਟ ਇਹ ਪਤਾ ਲੱਗਾ ਹੈ, ਐਗਜ਼ੈਕਟ ਨਹੀਂ ਕਹਿ ਸਕਦੇ ਕਿ ਉਹ ਰੈਂਟ ਉਹਨਾਂ ਦੇ ਨਾਂ ਤੇ ਜਾਰੀ ਕੀਤਾ ਜਾਂਦਾ ਰਿਹਾ, ਲੇਕਿਨ ਲੈਣ ਵਾਲਾ ਕੋਈ ਵੀ ਨਹੀਂ ਸੀ ਜੀ। ਫਿਰ ਇਹੋ 2000 ਦੇ ਵਿੱਚ 2001 ਦੇ ਵਿੱਚ ਕੁਝ ਬੰਦਿਆਂ ਨੇ ਇਹ ਸੋਚਿਆ ਕਿ ਇਹਨੂੰ ਹੜੱਪ ਲਈਏ। ਜੀ। ਉਹਨਾਂ ਨੇ ਆਪਣੇ ਵੱਲੋਂ ਸ਼ਿਕਾਇਤ ਪਾਈ, ਸ਼ਿਕਾਇਤ ਦੀ ਇਨਕੁਆਰੀ ਹੋਈ। ਇਨਕੁਆਰੀ ਦੇ ਵਿੱਚ ਜਿਹੜੇ ਸਾਡੇ IPS ਅਫਸਰ ਸੀ, ਐਡੀਸ਼ਨਲ DGP ਵਿਜੀਲੈਂਸ ਐਂਡ ਸਿਕਿਉਰਿਟੀ ਸਾਡੇ ਬਿਜਲੀ ਬੋਰਡ ਦੇ ਨਾਲ ਜੀ। ਚੇਅਰਮੈਨ ਵੱਲੋਂ ਜਦੋਂ ਇਹ ਸ਼ਿਕਾਇਤ ਮਾਰਕ ਕੀਤੀ ਗਈ ਤੇ ਉਹਨਾਂ ਵੱਲੋਂ ਬਹੁਤ ਡਿਟੇਲ ਦੇ ਵਿੱਚ ਇਨਕੁਆਰੀ ਕੀਤੀ ਗਈ ਹੈ, ਜਿਹਦੀਆਂ ਕਿ ਤੁਹਾਨੂੰ ਕਾਪੀ ਦਿੱਤੀ ਜਾ ਸਕਦੀ ਹੈ। ਉਹ ਜਿਹੜੀ ਇਨਕੁਆਰੀ ਦੇ ਵਿੱਚ ਐਂਡ ਦੇ ਵਿੱਚ ਉਹ ਲਿਖਦੇ ਆ ਕਿ ਇਹ ਜਿਹੜੀ ਪਾਵਰ ਆਫ ਅਟਾਰਨੀ ਆ ਇਹ ਬੋਗਸ ਆ ਜੀ। ਇਸ ਕਰਕੇ ਇਹ ਜਿਹੜੀ ਆ ਇਹਨੂੰ ਖਾਲੀ ਨਹੀਂ ਕੀਤਾ ਜਾ ਸਕਦਾ ਜੀ। ਉਸ ਤੋਂ ਬਾਅਦ 2013 ਦੇ ਵਿੱਚ ਕਿਸੇ ਨੇ ਫਿਰ ਸ਼ਿਕਾਇਤ ਜਿਹੜੀ ਹਾਈ ਕੋਰਟ ਦੇ ਵਿੱਚ ਕੀਤੀ। ਹਾਈ ਕੋਰਟ ਦੇ ਵਿੱਚ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਇਹਦਾ ਸਪੀਕਿੰਗ ਆਰਡਰ ਕਰੋ, ਤੇ ਅੰਮ੍ਰਿਤਸਰ ਦੇ ਜਿਹੜੇ ਸਾਡੇ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਆ ਉਹਨਾਂ ਨੇ ਸਪੀਕਿੰਗ ਆਰਡਰ ਦੇ ਵਿੱਚ ਇਹ ਲਿਖਿਆ ਕਿ ਇਹਦਾ ਕੋਈ ਵੀ ਮਾਲਕ ਜਿਹੜਾ ਹੈ ਨਹੀਂਗਾ, ਇਸ ਕਰਕੇ ਇਹਨੂੰ ਖਾਲੀ ਨਹੀਂ ਕੀਤਾ ਜਾ ਸਕਦਾ, ਤੇ ਇਹਦਾ ਜਿਹੜਾ ਅਸਲੀ ਮਾਲਕ ਜਿੰਨੀ ਦੇਰ ਨਹੀਂ ਪਤਾ ਲੱਗਦਾ ਉਹ ਨਹੀਂ ਕੀਤਾ ਜਾ ਸਕਦਾ। ਤੇ ਉਹ ਇੱਕ ਗੱਲ ਇੱਥੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ ਕਿ ਜਿਸ ਵੇਲੇ ਬਿਜਲੀ ਬੋਰਡ ਨੇ ਜਿਹੜੀ ਜਿਹੜੀ ਇਮਾਰਤ ਹੈ ਉਹ ਜਦੋਂ ਕਿਰਾਏ ਤੇ ਲਈ ਸੀ, ਕੋਈ ਨਾ ਕੋਈ ਤਾਂ ਲਿਖਾ ਪੜ੍ਹੀ ਇਕਰਾਰਨਾਮਾ ਹੋਇਆ ਹੋਏਗਾ। ਜਦੋਂ ਵੀ ਉੱਥੇ ਐਕਸ਼ਨ ਦਾ ਜਾਂ ਜਿਹੜੇ ਵੀ ਅਧਿਕਾਰੀ ਸੀ ਜਿਹਦਾ ਦਫ਼ਤਰ ਉਹਨੇ ਆਪਰੇਟ ਹੋ ਰਿਹਾ ਸੀ, ਉਸ ਵੇਲੇ ਦਫ਼ਤਰ ਬਣਾਉਣ ਲਈ ਜਿਹੜੀ ਜਗ੍ਹਾ ਹੈ ਉਹਦਾ ਕੋਈ ਨਾ ਕੋਈ ਤਾਂ ਉਹਨਾਂ ਨੇ ਉੱਥੋਂ ਲਿਖਾ ਪੜ੍ਹੀ ਕੀਤੀ ਹੋਊਗੀ, ਉਹ ਕੋਈ ਡਾਕੂਮੈਂਟ ਹੋਣਗੇ। ਕਾਰਪੋਰੇਸ਼ਨ ਦੇ ਕੋਲੋਂ ਜਦੋਂ ਸਰਕਲ ਇਹ ਸ਼ਿਫਟ ਹੋਇਆ, ਇਹ ਕਾਰਪੋਰੇਸ਼ਨ ਦੇ ਕੋਲੋਂ ਜਿਹੜਾ ਆ ਇਹ ਸਾਨੂੰ ਮਿਲਣਾ ਚਾਹੀਦਾ ਸੀ ਰਿਕਾਰਡ, ਜਿਹੜਾ ਕਿ ਕਾਰਪੋਰੇਸ਼ਨ ਨੇ ਕਹਿ ਦਿੱਤਾ ਕਿ ਸਾਡੇ ਕੋਲ ਰਿਕਾਰਡ ਨਹੀਂਗਾ। ਇਸ ਕਰਕੇ ਜਦੋਂ ਸਾਡੇ ਕੋਲ ਇਹ ਬਿਲਡਿੰਗ ਆਈ ਆ ਤੇ ਉਸ ਤੋਂ ਬਾਅਦ ਸਿਰਫ ਇੰਨਾ ਕੀ ਨਿਕਲਦਾ ਹੈ ਜੋ ਰਿਕਾਰਡ ਦੇ ਵਿੱਚ ਪਤਾ ਲੱਗਾ ਆ ਤੱਥਾਂ ਦੇ ਆਧਾਰ ਤੇ ਵੀ ਇਹ ਜਿਹੜੀ ਬਿਲਡਿੰਗ ਆ ਹਰੀ ਸਿੰਘ ਐਰਾ ਵਗੈਰਾ ਨੂੰ ਜਿਹੜਾ ਕਿਰਾਇਆ ਦਿੰਦੇ ਰਹੇ ਆ, ਲੇਕਿਨ ਉਹ ਵੀ ਲੈਣ ਵਾਲੇ ਹੈ ਨਹੀਂ ਸੀ, ਕਿਉਂਕਿ ਇਹਦਾ ਅਸਲੀ ਮਾਲਕ ਜਿਹੜਾ ਪਤਾ ਨਹੀਂਗਾ ਹਾਲੇ ਤੱਕ ਵੀ ਜੀ। ਇਸ ਕਰਕੇ ਜਦੋਂ ਇਹੋ ਡਿਸਮਿਸ ਹੋ ਗਿਆ ਉਹਨਾਂ ਦਾ, ਫਿਰ ਤੇ ਸਰਾਂ ਸਾਹਿਬ ਸਾਡੇ ਜੂਨ 2018 ਦੇ ਵਿੱਚ ਜੁਆਇਨ ਕਰਦੇ ਆ ਜੀ। ਫਿਰ ਉਹਨਾਂ ਨੇ ਐਪਲੀਕੇਸ਼ਨ ਦਿੱਤੀ, ਲੀਗਲ ਨੋਟਿਸ ਦਿੱਤਾ। ਲੀਗਲ ਨੋਟਿਸ ਦਾ ਜਵਾਬ ਦੇਣ ਲਈ ਮਾਰਕ ਹੋਇਆ ਥੱਲੇ ਨੂੰ, ਤੇ ਫਿਰ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅੰਡਰ ਵਿਦਨ ਡੇਜ਼ ਇਹ ਲਿਖ ਦਿੱਤਾ ਗਿਆ। ਲੀਗਲ ਸੈਕਸ਼ਨ ਨੇ ਵੀ ਲਿਖਿਆ ਕਿ ਇਹਦਾ ਸਪੀਕਿੰਗ ਆਰਡਰ ਜਿਹੜਾ ਹੋ ਚੁੱਕਾ ਉਹਦੇ ਮੁਤਾਬਕ, ਔਰ ਹਾਈ ਕੋਰਟ ਦੀ ਜਜਮੈਂਟ ਦੇ ਮੁਤਾਬਕ, ਕਿਉਂਕਿ ਐਪਲੀਕੇਸ਼ਨਾਂ ਡਿਸਮਿਸ ਹੋ ਚੁੱਕੀਆਂ, ਇਹ ਖਾਲੀ ਕਰਨੀ ਨਹੀਂ ਬਣਦੀ। ਪਰ ਫਿਰ ਵੀ ਜੇ ਐਡਮਿਨਿਸਟ੍ਰੇਸ਼ਨ ਚਾਹੁੰਦੀ ਤਾਂ ਉਹ ਸੋਚ ਲਵੇ। ਜਿਹੜੀਆਂ ਇਹ ਐਪਲੀਕੇਸ਼ਨਾਂ ਪਾਈਆਂ ਗਈਆਂ ਸੀ, ਇਹ ਬਿਜਲੀ ਬੋਰਡ ਤੋਂ ਬਾਹਰਲੇ ਕਿਸੇ ਬੰਦਿਆਂ ਨੇ ਪਾਈਆਂ ਸੀ ਕਿ ਜਾਂ ਬਿਜਲੀ ਬੋਰਡ ਨੇ ਖੁਦ ਪਾਈਆਂ ਸੀ? ਬਿਜਲੀ ਬੋਰਡ ਤੋਂ ਬਾਹਰਲੇ ਬੰਦਿਆਂ ਨੇ ਪਾਈਆਂ ਜੀ। ਔਰ ਇਹ ਜਿਹੜੀ ਲਾਸਟ ਐਪਲੀਕੇਸ਼ਨ ਆ ਉਹ ਭੁਪਿੰਦਰ ਸਿੰਘ, ਦਵਿੰਦਰ ਸਿੰਘ ਸਨ ਆਫ ਭੁਪਿੰਦਰ ਸਿੰਘ ਸਨ ਆਫ ਅਜੀਤ ਸਿੰਘ ਜੀ, ਜਿਨ੍ਹਾਂ ਨੂੰ ਇਹ ਖਾਲੀ ਕਰਕੇ ਦਿੱਤਾ ਗਿਆ ਆ, ਕਿਉਂਕਿ ਪਹਿਲਾਂ ਕੋਈ ਹੋਰ ਸੀ, ਇਹ ਮੁੜ ਕੇ ਹੋਰ ਆ ਬੰਦੇ। ਇਹ ਕੌਣ ਆ ਬੰਦੇ? ਇਹ ਇਸੇ ਹੀ ਇਨਕੁਆਰੀ ਲਈ ਐਪਲੀਕੇਸ਼ਨ ਅਸੀਂ ਭੇਜੀ ਹੈ, ਜਿਹੜੀ ਸ਼ਿਕਾਇਤ ਭੇਜੀ ਹੈ ਕਿ ਇਹ ਜਿਹੜਾ ਐਡਾ ਵੱਡਾ ਘਪਲਾ ਹੋਇਆ, ਕਿਉਂਕਿ ਲੈਂਡ ਜਿਹੜੀ ਆ ਇਸ ਵੇਲੇ ਪ੍ਰਾਈਮ ਲੈਂਡ ਆ ਔਰ 3.5 ਖੇਤ ਜ਼ਮੀਨ ਦੇ ਆ। ਜੇਕਰ 3.5 ਏਕੜ ਦੇ ਵਿੱਚ ਉਹ ਦਫ਼ਤਰ ਜਿਹੜਾ ਮੌਜੂਦ ਬਣਿਆ ਬਣਿਆ ਹੋਇਆ ਜੀ। ਹੁਣ ਉਹ ਜਦੋਂ
ਇਹੋ 15/3/19 ਨੂੰ ਲੀਗਲ ਸੈਕਸ਼ਨ ਦੇ ਲਿਖਣ ਦੇ ਬਾਵਜੂਦ ਇਹ ਲਿਖਾ ਲਿਆ ਗਿਆ। ਮੈਂ ਤਾਂ ਕਹੂੰਗਾ ਪਤਾ ਨਹੀਂ ਲਿਖਿਆ ਕਿੱਦਾਂ ਆ ਚੀਫ ਨੇ ਜਾਂ ਲਿਖਾਇਆ ਗਿਆ ਆ ਚੀਫ ਕੋਲੋਂ। ਇਹ ਹੁਣ ਤੁਹਾਨੂੰ ਜਿਹੜੇ ਆ ਤੁਹਾਡੇ ਲਈ ਵੀ ਗਾਹਾਂ ਇਨਕੁਆਇਰੀ ਦਾ ਵਿਸ਼ਾ ਬਣਦਾ ਕਿ ਇਹ ਜਿਹੜਾ ਆ ਉਹਨੇ ਇਹ ਲਿਖਿਆ ਵੀ ਇਹ ਬਿਲਡਿੰਗ ਬੜੀ ਖਸਤਾ ਹਾਲਤ ਵਿੱਚ ਹੋ ਗਈ ਹੈ। ਇਹ ਸਾਡੇ ਕੋਲੋਂ ਕਿਰਾਇਆ ਮੰਗਦੇ ਆ, ਬਾਰ-ਬਾਰ ਕੋਈ ਲੋਕ ਲੀਗਲ ਨੋਟਿਸ ਦੇ ਰਹੇ ਆ। ਇਹਨੂੰ ਸਾਨੂੰ ਖਾਲੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਇਹਦਾ ਜਿਹੜਾ ਦਫ਼ਤਰ ਜਿਹੜਾ ਸ਼ਿਫਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਜਿਹੜੀ ਲੀਗਲ ਸੈੱਲ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ, ਉਹਨਾਂ ਤੋਂ ਇਜਾਜ਼ਤ ਮੰਗੀ ਜਾਂ ਕੋਰਟ ਤੋਂ ਇਜਾਜ਼ਤ ਮੰਗੀ? ਨਾ ਸਾਡੇ ਚੀਫ ਇੰਜੀਨੀਅਰ ਵਾਰਡਰ ਨੇ ਜੀ ਬੋਰਡ ਤੋਂ ਇਜਾਜ਼ਤ ਮੰਗੀ, ਲੀਗਲ ਸੈਕਸ਼ਨ ਤੋਂ ਨਹੀਂ ਮੰਗੀ। ਠੀਕ ਹੈ। ਜਦੋਂ ਇਹ ਲੀਗਲ ਉਹ ਬੋਰਡ ਤੋਂ ਇਜਾਜ਼ਤ ਮੰਗਦੇ ਆ ਤੇ ਫਿਰ ਸਾਡੇ ਚੇਅਰਮੈਨ ਨੇ ਇਹੋ ਇਜਾਜ਼ਤ ਦੇ ਦਿੱਤੀ ਵੀ ਤੁਸੀਂ ਆਪਣਾ ਦਫ਼ਤਰ ਤੋਂ ਸ਼ਿਫਟ ਕਰ ਲਓ ਔਰ ਇਹ ਹੈਂਡਓਵਰ ਕਰ ਦਿਓ। ਨਹੀਂ, ਹੈਂਡਓਵਰ ਜਿਹਨੂੰ ਕਰਨੀ ਸੀ, ਜਦੋਂ ਉਹ ਮਾਲਕ ਜਿਹੜੇ ਨੇ ਉਹ ਤਾਂ ਮੌਜੂਦਾ ਹੈ ਨਹੀਂ, ਤੇ ਜਿਹੜੀਆਂ ਉਹਨਾਂ ਨੇ ਅਪੀਲਾਂ ਪਾਈਆਂ ਸੀ ਜਾਂ ਜਿਹੜੀ ਪਾਵਰ ਆਫ ਅਟਾਰਨੀ ਉਹਨਾਂ ਨੇ ਪੇਸ਼ ਕੀਤੀ ਵਿਜੀਲੈਂਸ ਦੇ DGP ਨੂੰ ਵੀ ਜਾਂ ਹਾਈ ਕੋਰਟ 'ਚ ਵੀ, ਉਹ ਡਿਸਮਿਸ ਹੋ ਚੁੱਕੀਆਂ ਸੀ, ਉਹ ਜਾਲੀ ਪਾਈਆਂ ਗਈਆਂ ਸੀ। ਤੇ ਫਿਰ ਕਿਸੇ ਆਧਾਰ ਦੇ ਉੱਤੇ ਜਿਹੜੀ ਹੈ ਉਹ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਰਾਂ ਨੇ ਕਿਵੇਂ ਪਰਮਿਸ਼ਨ ਦਿੱਤੀ ਉਹਨਾਂ ਨੂੰ? ਇਹੋ ਹੀ ਇੱਕ ਵਿਸ਼ਾ ਹੈ ਕਿ ਜਿਸ ਵੀ ਚੀਫ ਇੰਜੀਨੀਅਰ ਨੇ ਇਹ ਗੱਲ ਲਿਖੀ ਹੈ ਉੱਥੇ ਦੇ ਜਿਹੜੇ SC ਸਕੱਤਰ ਸਿੰਘ ਸੀਗੇ, ਸਕੱਤਰ ਸਿੰਘ ਜੀ ਉਹ 30/4 ਨੂੰ ਬਤੌਰ ਚੀਫ ਇੰਜੀਨੀਅਰ ਰਿਟਾਇਰ ਹੋਏ ਆ ਔਰ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਬਕਾਇਦਾ ਲਿਖਿਆ ਪਹਿਲਾਂ ਕਿ ਇਹ ਖਾਲੀ ਨਹੀਂ ਕਰਨੀ ਬਣਦੀ, ਇਹਦੇ ਮਾਲਕਾਂ ਦਾ ਨਹੀਂ ਪਤਾ। ਪਰ ਚੀਫ ਇੰਜੀਨੀਅਰ ਨੇ ਕਿਉਂ ਮਨਜ਼ੂਰੀ ਮੰਗੀ ਹੈ ਇਹ ਹੁਣ ਚੀਫ ਇੰਜੀਨੀਅਰ ਜਾਣਦਾ ਜਾਂ ਮੈਨੇਜਮੈਂਟ ਜਾਣਦੀ ਕਿ ਚੀਫ ਇੰਜੀਨੀਅਰ ਨੂੰ ਕਹਿ ਕੇ ਇਹੋ ਗੱਲ ਲਿਖਾਈ ਗਈ ਹੈ ਜਾਂ ਕਿ ਮੈਨੇਜਮੈਂਟ ਨੇ ਇਹਨੂੰ ਕਿਸੇ ਲੀਗਲ ਤੌਰ ਤੇ ਦੇਖਿਆ ਹੈ ਜਾਂ ਨਹੀਂ ਦੇਖਿਆ। ਕਿਉਂਕਿ ਜਦੋਂ 2000 ਤੋਂ ਲੈ ਕੇ 2013 ਤੱਕ ਇਹ ਕੇਸ ਜਿਹੜਾ ਐਜ ਇਟ ਇਜ਼ ਲਟਕਦਾ ਰਿਹਾ ਤੇ ਫਿਰ 2019 ਦੇ ਵਿੱਚ ਆ ਕੇ ਇੱਕਦਮ ਜਿਹੜਾ 2-4 ਦਿਨ ਦੇ ਵਿੱਚ ਜਿਹੜੀ ਹੈ ਵਕੇਟ ਕਰਨ ਵਾਲੀ ਕਿਹੜੀ ਗੱਲ ਬਣ ਗਈ? ਤੁਹਾਡੇ ਕਹਿਣ ਦੇ ਮੁਤਾਬਕ ਇਹਦੇ ਕਿ ਜਿਹੜੀ ਬੇਸਿਕ ਤੌਰ ਤੇ ਜਿਹੜਾ ਚੇਅਰਮੈਨ ਬਲਦੇਵ ਸਰਾਂ ਨੇ ਜਦੋਂ ਕਿ ਪਹਿਲੀ ਵਾਰ ਉਹ ਇਸ ਬਿਜਲੀ ਬੋਰਡ ਦੇ ਚੇਅਰਮੈਨ ਬਣੇ, ਉਸ ਤੋਂ ਬਾਅਦ ਜਦੋਂ ਸਰਕਾਰ ਚੇਂਜ ਹੋਈ ਤਾਂ ਇਹ ਰਿਜ਼ਾਈਨ ਕਰ ਗਏ ਸੀ। ਇਹ ਦੂਸਰੀ ਵਾਰ ਜਦੋਂ ਦੁਬਾਰਾ ਫਿਰ ਚਾਰਜ ਲਿਆ ਉਸ ਤੋਂ ਬਾਅਦ ਦੀ ਗੱਲ ਹੈ? ਨਹੀਂ, ਇਹ ਪਹਿਲੀ ਟਨਿਓਰ ਦੀ ਗੱਲ ਆ ਜਦੋਂ ਫਸਟ ਟਾਈਮ ਇਹ ਚੇਅਰਮੈਨ ਬਣੇ ਆ ਔਰ ਇਹ ਫਸਟ ਟਾਈਮ ਦੇ ਵਿੱਚ ਜੂਨ 2020 ਤੱਕ ਰਹੇ ਆ, ਇਹੋ ਜੂਨ 2018 ਤੋਂ। ਔਰ ਇਹ ਜਿਹੜੀ ਪ੍ਰਾਪਰਟੀ ਆ ਜਿਹੜੀ ਰਿਕਾਰਡ ਦੇ ਮੁਤਾਬਕ ਇਹਨੂੰ ਦੇਖ ਲੈਣਾ ਚਾਹੀਦਾ, ਮਾਰਚ 2019 ਦੇ ਵਿੱਚ ਵਕੇਟ ਕੀਤੀ ਗਈ ਹੈ। ਗੱਲ ਇਹ ਆ ਵੀ ਜਿਹੜੀ ਵਕੇਟ ਕੀਤੀ ਗਈ ਹੈ ਕੀ ਉਹ ਬੰਦਿਆਂ ਦੇ ਤੱਥ ਜਦੋਂ ਪਹਿਲਾਂ SP ਵਿਜੀਲੈਂਸ ਲਿਖ ਰਿਹਾ ਆ ਕਿ ਰੈਵਨਿਊ ਰਿਕਾਰਡ ਵੀ ਚੈੱਕ ਕਰ ਲਿਆ ਗਿਆ, ਪਾਵਰ ਆਫ ਅਟਾਰਨੀ ਸਾਰੀ ਬੋਗਸ ਆ ਔਰ ਸਪੀਕਿੰਗ ਆਰਡਰ ਦੇ ਵਿੱਚ ਪਹਿਲਾ ਚੀਫ ਲਿਖ ਰਿਹਾ ਆ ਵੀ ਇਹ ਗਲਤ ਆ, ਤੇ ਫਿਰ ਜਿਹੜਾ ਇਸ ਚੀਫ ਨੇ ਲਿਖਿਆ ਇਹ ਕਿਹੜੇ ਆਧਾਰ ਤੇ ਲਿਖਿਆ? ਜੀ ਇਹ ਦੇਖਣ ਵਾਲੀ ਗੱਲ ਆ, ਇਹ ਇਨਕੁਆਇਰੀ ਦਾ ਵਿਸ਼ਾ ਆ। ਕਿਉਂਕਿ ਐਡੀ ਵੱਡੀ ਜਿਹੜੀ ਪ੍ਰਾਪਰਟੀ ਆ ਉਹਨੂੰ ਵਕੇਟ ਕੀਤਾ ਗਿਆ ਜਿਹੜੀ 1947 ਤੋਂ ਚੱਲ ਰਹੀ ਸੀ। 1947 ਤੋਂ ਪਹਿਲਾਂ ਦਾ ਦਫ਼ਤਰ ਉੱਥੇ ਚੱਲਦਾ ਸੀ। ਤੁਹਾਡੇ ਕਹਿਣ ਮੁਤਾਬਕ ਇਹ ਜਿਹੜੀ ਪ੍ਰਾਪਰਟੀ ਹੈ ਇਹ ਕਿੰਨੇ ਕੁ ਦੀ ਹੋਊਗੀ, ਕਿੰਨੀ ਕੁ ਦੀ ਜਿਹੜੀ ਅੱਜ ਦੀ ਮਾਰਕੀਟ ਵੈਲਿਊ ਕਿੰਨੀ ਹੋਊਗੀ? ਦੇਖੋ ਜੀ, ਸੁਣਨ ਦੇ ਵਿੱਚ ਜੋ ਅਸੀਂ ਸੁਣ ਰਹੇ ਹਾਂ ਇਹ ਨੀਅਰ ਅਬਾਊਟ 300 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੱਸ ਰਹੇ ਆ। ਬਾਕੀ ਤਾਂ ਮਾਰਕੀਟ ਵੈਲਿਊ ਹੁੰਦੀਆਂ, ਜੋ ਰੈਵਨਿਊ ਰਿਕਾਰਡ ਦੇ ਵਿੱਚ ਉਹ ਤਾਂ ਤੁਹਾਡੇ ਕੋਲੋਂ ਤੁਸੀਂ ਆਪ ਵੀ ਪਤਾ ਕਰ ਸਕਦੇ ਆ। ਲੇਕਿਨ ਇਹ ਕਾਫੀ ਵੱਡਾ ਘਪਲਾ ਆ ਜਿਹੜਾ ਕਿ ਇੱਕ ਇਨਕੁਆਇਰੀ ਦਾ ਵਿਸ਼ਾ ਆ ਕਿ 2000 ਤੋਂ ਲੈ ਕੇ 2018 ਤੱਕ ਕੋਈ ਪ੍ਰੋਬਲਮ ਨਹੀਂ ਆਈ। 2019 ਦੇ ਵਿੱਚ ਇਮੀਡੀਏਟਲੀ ਇਹਨੂੰ ਵਕੇਟ ਕਰ ਦੇਣਾ ਔਰ ਹਾਈ ਕੋਰਟ ਤੋਂ ਪਰਮਿਸ਼ਨ ਲੈ ਲੈਣੀ ਚਾਹੀਦੀ ਸੀ ਜਿਨ੍ਹਾਂ ਨੇ ਡਿਸਮਿਸ ਕੀਤੀ ਸੀ ਵੀ ਸਾਨੂੰ ਅਸਲੀ ਮਿਲ ਗਿਆ। ਮਤਲਬ ਤੁਹਾਡੇ ਕਹਿਣ ਮੁਤਾਬਕ ਕਿਸੇ ਵੀ ਹੋਰ ਲੀਗਲ ਅਥਾਰਟੀ ਤੋਂ ਜਿਵੇਂ ਕਿ ਕੋਰਟ ਹੈ, ਹਾਈ ਕੋਰਟ ਹੈ, ਇਹਨਾਂ ਤੋਂ ਕਿਤੇ ਵੀ ਜਿਹੜਾ ਬਿਜਲੀ ਬੋਰਡ ਨੇ ਪਰਮਿਸ਼ਨ ਜਾਂ ਕੋਈ ਲੈਟਰ ਲਿਖ ਕੇ ਜਾਂ ਕਿਸੇ ਵੀ ਤਰੀਕੇ ਦੀ ਇਜਾਜ਼ਤ ਨਹੀਂ ਲਈ ਗਈ? ਨਹੀਂ ਲਈ ਗਈ। ਨਹੀਂ ਲਈ ਗਈ। ਕੀ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਹੋਰ ਰਾਜਨੀਤਿਕ ਜਿਹੜੇ ਕੋਈ ਲੋਕ ਨੇ, ਜਿਵੇਂ ਤੁਸੀਂ ਦਵਿੰਦਰ ਸਿੰਘ ਸਨ ਆਫ ਤੋਂ ਕੁਛ ਨਾਂ ਲਏ ਨੇ, ਵੀ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਿਹੜੇ ਹੁਣ ਤੱਕ ਇਸ ਪ੍ਰਾਪਰਟੀ ਨੂੰ ਹਥਿਆਉਣ ਲਈ ਯਤਨ ਕਰਦੇ ਰਹੇ ਨੇ, ਉਹਨਾਂ ਦਾ ਸਾਡੇ ਚੀਫ ਜਿਹੜੇ ਚੇਅਰਮੈਨ ਸਾਹਿਬ
ਸੀਐਮਡੀ ਬਲਦੇਵ ਸਿੰਘ ਸਰਾਂ ਦਾ, ਜਾਂ ਹੋਰ ਵੀ ਰਾਜਨੀਤਿਕ ਲੋਕਾਂ ਦਾ ਵੀ ਕੋਈ ਨਾ ਕੋਈ ਇਹਨਾਂ ਦਾ ਹੱਥ ਹੋ ਸਕਦਾ ਪਿੱਛੇ? ਬਿਲਕੁਲ ਹੋ ਸਕਦਾ, ਕਿਉਂਕਿ ਇਹ ਜਿਹੜਾ ਘਪਲਾ ਆ, ਮੈਂ ਇੱਥੇ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ, ਸਾਡੀ ਇੱਕ ਇੰਜੀਨੀਅਰ ਐਸੋਸੀਏਸ਼ਨ ਹੈ ਜਿਹਦੇ ਵਿੱਚ ਸਾਰੇ ਹੀ ਸਾਡੇ ਇੰਜੀਨੀਅਰ ਉਹਦੇ ਵਿੱਚ ਇਨਵੋਲਵ ਆ। ਉਸ ਇੰਜੀਨੀਅਰ ਐਸੋਸੀਏਸ਼ਨ ਨੂੰ ਵੀ ਜ਼ਰੂਰ ਇਹ ਗੱਲ ਚੱਕਣੀ ਚਾਹੀਦੀ ਸੀ, ਪਰ ਉਹਨੇ ਚੱਕੀ ਨਹੀਂ। ਤੇ ਜਿੱਥੋਂ ਤੱਕ ਇਹ ਪਤਾ ਹੈ ਕਿ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਜਿਹੜੇ ਬਲਦੇਵ ਸਿੰਘ ਸਰਾਂ ਨੇ, ਇਹ ਵੀ ਕਦੇ ਪ੍ਰਧਾਨ ਰਹੇ ਨੇ। ਇਹ ਪ੍ਰਧਾਨ ਕਾਫੀ ਦੇਰ ਰਹੇ ਆ ਔਰ ਕਾਫੀ ਦੇਰ ਤੋਂ ਹੀ ਐਸੋਸੀਏਸ਼ਨ ਦੇ ਨਾਲ ਚੱਲਦੇ ਰਹੇ ਆ। ਤੇ ਤੁਹਾਡੀ ਜਿਹੜੀ ਇਹ ਐਸੋਸੀਏਸ਼ਨ ਹੈ PSCB SC ਪਾਵਰ ਇੰਜੀਨੀਅਰਿੰਗ ਐਂਡ ਆਫਿਸਰ ਐਸੋਸੀਏਸ਼ਨ, ਕੀ ਇਹਨਾਂ ਦਾ ਤੇ ਉਹਨਾਂ ਦੀ ਐਸੋਸੀਏਸ਼ਨ, ਉਹ ਵੀ ਇੰਜੀਨੀਅਰਿੰਗ ਐਸੋਸੀਏਸ਼ਨ ਹੈ, ਇਹਨਾਂ ਦਾ ਆਪਸੀ ਕੀ ਤਾਲਮੇਲ ਹੈ? ਸਾਡੇ ਜਿਹੜੇ ਇੰਜੀਨੀਅਰ ਆ ਇਹ ਉਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਆ। ਜਿਹੜੀ ਸਾਡੀ ਇਹ ਐਸੋਸੀਏਸ਼ਨ ਆ, ਇਹ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਅਫਸਰਾਂ ਦੇ ਨਾਲ, ਅੰਪਲਾਈ ਦੇ ਨਾਲ ਸੰਬੰਧਿਤ ਆ। ਸਾਡੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਇਹ ਤੁਸੀਂ ਆਪ ਵੀ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਤੁਸੀਂ ਭਾਰਤ ਦੇਸ਼ ਦੇ ਹੀ ਰਹਿਣ ਵਾਲੇ ਆ। ਜਦੋਂ ਤਾਂ ਸਾਡੇ ਨਾਲ ਧੱਕਾ ਹੁੰਦਾ ਸ਼ਡਿਊਲਡ ਕਾਸਟ ਬੇਸ ਦੇ ਉੱਤੇ, ਤਾਂ ਅਸੀਂ ਉਸ ਵੇਲੇ ਇੰਜੀਨੀਅਰ ਨਹੀਂ ਰਹਿੰਦੇ, ਅਸੀਂ ਉਦੋਂ ਸ਼ਡਿਊਲਡ ਕਾਸਟ ਬਣ ਜਾਂਦੇ ਹਾਂ। ਪਰ ਜਦੋਂ ਓਵਰਆਲ ਧੱਕਾ ਹੁੰਦਾ ਕਿਤੇ, ਤਾਂ ਫਿਰ ਉਹ ਸਾਨੂੰ ਨਾਲ ਰਲਾਉਂਦੇ ਵੀ ਅਸੀਂ ਇੰਜੀਨੀਅਰ ਬ੍ਰਦਰ ਹਾਂ। ਸਿਮਿਲਰਲੀ ਸਾਡੇ ਨਾਲ ਭਾਰਤ ਦੇ ਵਿੱਚ ਹੋ ਰਿਹਾ, ਜਦੋਂ ਤਾਂ ਸਾਡੇ ਲੋਕ ਉਹਨਾਂ ਨੂੰ ਵੋਟ ਲੈਣ ਦੀ ਲੋੜ ਆ ਤੇ ਸਾਨੂੰ ਹਿੰਦੂਆਂ ਦੇ ਵਿੱਚ ਗਣ ਲੈਂਦੇ ਆ, ਤੇ ਜਦੋਂ ਅਸੀਂ ਹੱਕ ਮੰਗਦੇ ਹਾਂ ਤੇ ਉਦੋਂ ਅਸੀਂ ਅਛੂਤਾਂ 'ਚ ਆ ਜਾਂਦੇ ਹਾਂ, ਅਸੀਂ ਅਨੁਸੂਚਿਤ ਜਾਤੀ ਵਰਗ ਦੇ ਵਿੱਚ ਆਉਂਦੇ ਹਾਂ। ਸੋ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਹੱਕ ਲੈ ਕੇ ਦਿੱਤੇ ਸੀ, ਉਹਨਾਂ ਦੇ ਉੱਤੇ ਪਹਿਰਾ ਦੇਣ ਲਈ, ਉਹਨਾਂ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਲਈ ਇਹ ਸਾਡੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਅਨੁਸੂਚਿਤ ਜਾਤੀ ਵਰਗ ਦੀਆਂ ਖੜ੍ਹਦੀਆਂ ਆ। ਪਰ ਮੈਂ ਇਹ ਜ਼ਰੂਰ ਗੱਲ ਕਰੂੰਗਾ ਕਿ ਅਸੀਂ ਆਪਣੇ ਹੱਕਾਂ ਲਈ ਹਾਲੇ ਤੱਕ ਅਵੇਸਲੇ ਹਾਂ, ਅਸੀਂ ਹੱਕ ਲੈਣ ਲਈ ਤੁਰੇ ਹੋਏ ਹਾਂ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਇੰਜੀਨੀਅਰ ਐਸੋਸੀਏਸ਼ਨ, ਜਿਵੇਂ ਬਲਦੇਵ ਸਿੰਘ ਸਰਾਂ ਦੀ ਤੁਸੀਂ ਗੱਲ ਕੀਤੀ ਹੈ ਜੀ, ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਆਏ, ਇਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ। ਇੱਕ ਚੀਫ ਇੰਜੀਨੀਅਰ 10 ਮਹੀਨੇ ਤੋਂ ਵੱਧ ਜਿਹੜਾ ਚੀਫ ਇੰਜੀਨੀਅਰ ਬਣੇ ਨੂੰ ਹੋ ਗਿਆ ਸੀ, ਇਹਨਾਂ ਨੇ ਉਹਨੂੰ ਰਿਵਰਟ ਕਰਕੇ SC ਬਣਾ ਦਿੱਤਾ, ਜਿਸ ਦੇ ਕਰਕੇ ਮੈਂ ਉਸ ਵੇਲੇ ਵੀ ਪ੍ਰੈਜ਼ੀਡੈਂਟ ਸੀ। ਅਸੀਂ ਸੜਕਾਂ 'ਤੇ ਆਏ, ਗੌਰਮੈਂਟ ਦੇ ਨਾਲ ਗੱਲਬਾਤ ਚੱਲੀ, ਇਨਕੁਆਇਰੀ ਹੋਈ, ਸ਼ਡਿਊਲਡ ਕਾਸਟ ਕਮਿਸ਼ਨ ਨੇ ਲਿਖਿਆ ਕਿ ਇਹ ਤੁਸੀਂ ਪਾਰਸ਼ੈਲਿਟੀ ਕੀਤੀ ਹੈ, ਕਿਉਂਕਿ ਅਸੀਂ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਇਹ ਮੰਗਦੇ ਹਾਂ ਕਿ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ ਉਹਨੂੰ ਲਾਗੂ ਕੀਤਾ ਜਾਵੇ। 14/9/2018 ਦੀ ਨੂੰ ਉਹਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਬੰਦਾ AW ਪਹਿਲਾਂ ਬਣਿਆ, ਜਿਹੜਾ ਬੰਦਾ ਐਕਸ਼ਨ ਪਹਿਲਾਂ ਬਣਿਆ, ਜਿਹੜਾ ਬੰਦਾ SC ਪਹਿਲਾਂ ਬਣਿਆ, ਉਹ ਸੀਨੀਅਰ ਆ। ਜਦੋਂ ਇਹਨਾਂ ਨੇ ਉਹ ਲਾਗੂ ਕੀਤੀ ਸੀ ਸਾਡੇ ਅਫਸਰ ਤੋਂ ਬਦਲਾ ਲੈਣ ਲਈ, ਤਾਂ ਮੈਂ ਉਸ ਤੋਂ ਪਹਿਲਾਂ ਇਹਨਾਂ ਨੂੰ ਸਰਾਂ ਸਾਹਿਬ ਨੂੰ ਮਿਲਿਆ ਸੀ, ਇਹਨਾਂ ਨੂੰ ਦੱਸਿਆ ਸੀ ਕਿ ਇੰਟਰਸੀ ਸੀਨੀਅਰਟੀ ਜਿਹੜੀ ਹੈ ਟੁੱਟ ਜਾਊਗੀ, ਇਹਨੂੰ ਤੁਸੀਂ ਜੇਕਰ 100% ਇੰਪਲੀਮੈਂਟ ਕੀਤਾ ਤੁਹਾਨੂੰ ਪ੍ਰੋਬਲਮ ਆਉਣੀ ਹੈ। ਪਰ ਜਦੋਂ ਅਸੀਂ ਇਨਸਾਫ ਮੰਗਿਆ, ਗੌਰਮੈਂਟ ਨੇ ਲਿਖ ਕੇ ਭੇਜਿਆ, ਇਹਨਾਂ ਨੇ ਸਾਡਾ ਚੀਫ ਇੰਜੀਨੀਅਰ ਹਰਮੇਸ਼ ਕੁਮਾਰ ਨੂੰ ਪ੍ਰਮੋਟ ਕਰ ਦਿੱਤਾ, ਲੇਕਿਨ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ ਉਹ ਅੱਜ ਤੱਕ ਵੀ ਇੰਪਲੀਮੈਂਟ ਨਹੀਂ ਹੋਈ। ਤੇ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਇਹ ਤੁਹਾਡੇ ਜਿਹੜੇ ਇਸ ਤੁਹਾਡੀ ਜਥੇਬੰਦੀ ਦੇ ਇਹ ਟੋਟਲ ਪੰਜਾਬ ਦੇ ਬਿਜਲੀ ਬੋਰਡ ਦੇ ਅੰਦਰ ਕਿੰਨੇ ਕੁ ਮੈਂਬਰ ਹੋਣਗੇ? ਸਾਡੇ 25% ਜਿਹੜੀ ਨੀਅਰ ਅਬਾਊਟ 16 ਤੋਂ 1650 ਜਿਹੜੇ ਸਾਡੇ ਇੰਜੀਨੀਅਰ ਆ, ਉਹਦੇ ਵਿੱਚ ਸਾਡੇ 25% ਜਿਹੜੇ ਸਾਡੇ ਅਫਸਰ ਹੈਗੇ ਆ। ਅਸੀਂ ਟੈਂਟੇਟਿਵ ਕਹਿ ਸਕਦੇ ਹਾਂ ਕਿ 450 ਦੇ ਕਰੀਬ ਸਾਡਾ ਜਿਹੜਾ ਅਫਸਰ ਹੈਗਾ ਆ, ਜਿਹੜਾ ਕਿ ਅਨੁਸੂਚਿਤ ਜਾਤੀ ਵਰਗ ਨੂੰ SDO ਤੋਂ ਲੈ ਕੇ ਚੀਫ ਤੱਕ ਜਿਹੜਾ ਸਾਡੇ ਹੈਗੇ ਆ। ਜਸਲ ਸਾਹਿਬ, ਮੈਂ ਇੱਕ ਗੱਲ, ਜਿਵੇਂ ਤੁਸੀਂ ਇਹ ਸਕੈਂਡਲ ਜਿਹੜਾ ਹੁਣ ਚੀਫ ਵਿਜੀਲੈਂਸ ਅਫਸਰ ਸਾਡੇ ਡਾਇਰੈਕਟਰ ਬਿਜਲੀ ਬੋਰਡ ਨੂੰ ਤੁਸੀਂ ਕੀਤਾ ਹੈ, ਇਹਦੇ ਪਿੱਛੇ ਕੁਝ ਭਾਵਨਾ ਇੱਦਾਂ ਦੀ ਤਾਂ ਨਹੀਂ ਹੈ ਵੀ ਜਿਵੇਂ ਉਹ ਇੱਕ ਜਰਨਲ ਵਰਗ ਨੂੰ ਜਾਂ ਸਾਰੇ ਆਲ ਜਿਹੜੇ ਇੰਜੀਨੀਅਰ ਉਹਨਾਂ ਨੂੰ ਟਰੀਟ ਕਰਦੇ ਨੇ ਤੇ ਤੁਹਾਡੇ ਨਾਲ ਕਿਤੇ ਵਿਤਕਰਾ ਕੀਤਾ ਹੋਵੇ, ਤਾਂ ਤੁਸੀਂ ਇਸ ਸੋਚ ਦੇ ਨਾਲ ਇਸ ਕੇਸ ਨੂੰ ਜਿਹੜਾ ਓਪਨ ਕੀਤਾ ਹੋਵੇ ਜਾਂ ਬਦਲਾ ਲਊ ਭਾਵਨਾ ਤਾਂ ਨਹੀਂ ਕਿਤੇ ਤੁਹਾਡੇ ਮਨ ਦੇ ਅੰਦਰ? ਦੇਖੋ ਜੀ, ਸਾਡੇ ਮਨ 'ਚ ਕਦੀ ਵੀ ਬਦਲਾ ਲਊ ਭਾਵਨਾ ਨਹੀਂ ਆ ਸਕਦੀ, ਕਿਉਂਕਿ ਦੇਸ਼ ਦੇ ਨਾਲ ਸਾਡਾ ਪਿਆਰ ਆ, ਭਾਰਤ ਦੇ ਨਾਲ ਸਾਡਾ ਪਿਆਰ ਆ। ਅਸੀਂ ਕਿਸੇ ਦੇ ਨਾਲ ਧੱਕਾ ਤੁਸੀਂ ਵੀ ਸੋਚਦੇ ਹਾਂ ਅਸੀਂ ਕਰਨ ਲਈ ਤਿਆਰ ਨਹੀਂ।
ਪਰ ਜੇਕਰ ਕੋਈ ਧੱਕਾ ਕਰਦਾ ਹੈ ਤਾਂ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਕਿ ਸਾਨੂੰ ਇਨਸਾਫ ਮਿਲੇ। ਪਰ ਅਸੀਂ ਬਦਲਾ ਲਓ ਨੀਤੀ ਦੇ ਨਾਲ ਨਹੀਂ ਕੀਤਾ, ਕਿਉਂਕਿ ਇਹ ਤੁਸੀਂ ਵੀ ਜਾਣ ਸਕਦੇ ਆ ਕਿ ਜਿਹੜੀ 1947 ਤੋਂ ਪਹਿਲਾਂ ਦੀ ਇੱਕ ਪ੍ਰਾਪਰਟੀ ਦਾ ਕੋਈ ਵਾਰਸ ਨਹੀਂ ਲੱਭ ਰਿਹਾ, ਉਹਨੂੰ ਸਡਨਲੀ ਵਕੇਟ ਕਰ ਦੇਣਾ, ਇਹਦੇ ਵਿੱਚ ਕੌਣ ਬੰਦੇ ਇਨਵੋਲਵ ਆ, ਇਹ ਤਾਂ ਹੁਣ ਜਿਹੜੀ ਆ ਬਹੁਤ ਵੱਡੇ ਲੈਵਲ 'ਤੇ ਔਰ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ। ਅਸੀਂ ਵਿਜੀਲੈਂਸ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਘਪਲਾ ਹੋਇਆ ਜਾਂ ਕੀ ਹੋਇਆ, ਲੇਕਿਨ ਜੇਕਰ ਉਹ ਨਹੀਂ ਇਨਕੁਆਇਰੀ ਕਰਨਗੇ ਤਾਂ ਇਹਦੇ ਨਾਲ ਇਹ ਆ ਕਿ ਇਹੋ ਜਿਹੀਆਂ ਪ੍ਰਾਪਰਟੀਆਂ ਜਿਹੜੀਆਂ ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਰਾਜਨੀਤਿਕ ਲੋਕ ਕਰ ਕੀ ਰਹੇ ਆ, ਕਾਹਦੀ ਲਈ ਰਾਜਨੀਤੀ ਦੌੜ ਰਹੇ ਆ। ਦੇਖਿਆ ਜਾਵੇ 1947 ਤੋਂ ਬਾਅਦ ਜੇਕਰ ਦੇਸ਼ ਲੁੱਟਿਆ ਗਿਆ ਤੇ ਕਿਹਨੇ ਲੁੱਟਿਆ? ਹੁਣ ਤਾਂ ਧੜ ਵੀ ਹੈ ਨਹੀਂ ਕੋਈ ਇੱਥੇ। ਕਾਹਦੇ ਲਈ ਲੁੱਟ ਹੋ ਰਿਹਾ? ਕਿਉਂ ਲੋਕ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਆ? ਇਹ ਇੱਕ ਇੰਡਸਟਰੀ ਟਾਈਪ ਬਣ ਗਈ ਕਿ ਆਪਾਂ ਜੋ ਵੀ ਹੋਊਗਾ ਦਬ ਲਵਾਂਗੇ ਏਰੀਏ ਦੇ ਵਿੱਚ। ਸੋ ਪਤਾ ਨਹੀਂ ਸਾਡੇ ਜਿਹੜੀਆਂ ਬਾਕੀ ਪ੍ਰਸ਼ਾਸਨ ਜਿਹੜਾ ਸਾਡੇ ਜਿਹੜੇ ਕੋਰਟਸ ਆ, ਇਹ ਜਿਹੜੀਆਂ ਸਾਡੀਆਂ ਏਜੰਸੀਆਂ ਮੀਡੀਆ ਬਣਿਆ ਸੀ, 4 ਥੰਮ ਬਾਬਾ ਸਾਹਿਬ ਨੇ ਖੜੇ ਕੀਤੇ ਸੀ, ਇਹਨਾਂ ਨੂੰ ਪਹਿਰਾ ਦੇਣ ਦੀ ਬਜਾਏ ਅੱਜ ਦੀ ਡੇਟ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਵੀ ਅਦਾਲਤਾਂ ਦੇ ਵਿੱਚ ਵੀ ਜੋ ਹੋ ਰਿਹਾ ਆ ਉਹ ਠੀਕ ਨਹੀਂ। ਇਸ ਕਰਕੇ ਸਾਡਾ ਬਦਲਾ ਲਓ ਨੀਤੀ ਦੇ ਨਾਲ ਕੋਈ ਸ਼ਿਕਾਇਤ ਨਹੀਂ। ਇਹ ਜਸਲ ਸਾਹਿਬ ਇੱਦਾਂ ਤੁਸੀਂ ਹੁਣ ਵਿਜੀਲੈਂਸ ਨੂੰ ਰਿਪੋਰਟ ਕੀਤੀ ਹੈ ਬਿਜਲੀ ਬੋਰਡ ਨੂੰ, ਜੇ ਇਹਨਾਂ ਤੋਂ ਬਾਅਦ ਕੋਈ ਤੁਹਾਨੂੰ ਇਸ ਗੱਲ ਦਾ ਕੋਈ ਜਵਾਬ ਜਾਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੀ ਅਗਲੀ ਜਿਹੜੀ ਰਾਜਨੀਤੀ ਜਾਂ ਜਿਹੜੀ ਅਗਲੀ ਤੁਹਾਡੀ ਸਟ੍ਰੈਟਜੀ ਕੀ ਹੋਏਗੀ, ਨੀਤੀ ਕੀ ਹੋਏਗੀ? ਨੀਤੀ ਸਾਡੀ ਇਹ ਹੋਊਗੀ ਕਿ ਇਹ ਜਿਹੜਾ ਸਕੈਂਡਲ ਹੋਇਆ, ਇਹ ਸਕੈਂਡਲ ਜਿਹੜਾ ਇਕੱਲੇ ਸ਼ਡਿਊਲਡ ਕਾਸਟਾਂ ਦੇ ਨਾਲ ਸੰਬੰਧਿਤ ਨਹੀਂ ਗਾ ਜੀ, ਇਹ ਟੋਟਲ ਪੰਜਾਬ ਦੇ ਲੋਕਾਂ ਦੇ ਨਾਲ, ਭਾਰਤ ਦੇ ਲੋਕਾਂ ਨਾਲ ਸਕੈਂਡਲ ਸੰਬੰਧਿਤ ਆ। ਔਰ ਹੋ ਸਕਦਾ ਇੱਦਾਂ ਦੇ ਸਕੈਂਡਲ ਹੋਰ ਵੀ ਨਿਕਲਣ, ਕਿਉਂਕਿ ਸਾਡੇ ਕੋਲ ਹਾਲੇ ਪੂਰੇ ਤੱਥ ਨਹੀਂ ਆਏ। ਤੱਥ ਜਿਸ ਦਿਨ ਆ ਗਏ ਅਸੀਂ ਹੋਰ ਵੀ ਸਕੈਂਡਲ ਦੱਸਾਂਗੇ, ਕਿਉਂਕਿ ਪਿੱਛੇ ਜੇ ਸਾਨੂੰ ਇਹ ਪਤਾ ਲੱਗਾ ਆ ਕਿ ਜਿਹੜਾ ਕੋਲ ਵਾਸ਼ਿੰਗ ਦੇ ਵਿੱਚ ਵੀ ਬਹੁਤ ਵੱਡਾ ਘਪਲਾ ਹੋਇਆ ਆ, ਜਿਹਦੇ ਕਿ ਅਸੀਂ ਤੱਥ ਇਕੱਠੇ ਕਰ ਰਹੇ ਹਾਂ। ਜਦੋਂ ਵੀ ਸਾਨੂੰ ਤੱਥ ਮਿਲ ਗਏ ਅਸੀਂ ਜ਼ਰੂਰ ਜਿਹੜਾ ਮੀਡੀਆ ਦੇ ਵਿੱਚ ਜਾਂ ਕਿਸੇ ਵੀ ਏਜੰਸੀ ਨੂੰ ਇਨਕੁਆਇਰੀ ਲਈ ਜ਼ਰੂਰ ਦੇਵਾਂਗੇ। ਅਸੀਂ ਚਾਹੁੰਦੇ ਹਾਂ ਕਿ ਭਾਰਤ ਦੀ ਜਿਹੜੀ ਜਾਂ ਪੰਜਾਬ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਹੜੱਪਣ ਲਈ ਕੋਈ ਗੈਰ ਤਰੀਕੇ ਦੇ ਨਾਲ ਲੋਕ ਜਿਹੜੇ ਕਾਬਜ਼ ਨਾ ਹੋਣ, ਕਿਉਂਕਿ ਇਹ ਸਾਡੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਰੁਜ਼ਗਾਰ ਆ, ਬੱਚਿਆਂ ਦੀ ਜਵਾਨੀ ਜਿਹੜੀ ਆ ਉਹ ਸਾਰੀ ਆਪਾਂ ਨੂੰ ਵੀ ਪਤਾ, ਤੁਹਾਨੂੰ ਵੀ ਪਤਾ ਕਿ ਕਿਹੜੇ ਪਾਸੇ ਨੂੰ ਜਾ ਰਹੀ ਹੈ। ਕਿ ਇਹ ਜਿਹੜਾ ਅਸੀਂ ਅਦਾਰੇ ਖਤਮ ਕਰ ਰਹੇ ਹਾਂ, ਇਹ ਸਾਡੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ? ਸਰਕਾਰਾਂ ਦੀ ਲੋੜ ਕੀ ਹੁੰਦੀ ਹੈ? ਸਰਕਾਰਾਂ ਦੀ ਲੋੜ ਹੁੰਦੀ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇਣਾ। ਜੀ ਜਸਲ ਸਾਹਿਬ, ਮੇਰੀ ਇੱਕ ਹੋਰ ਸਵਾਲ ਤੁਹਾਡੇ ਅੱਗੇ ਵੀ ਜਿਹੜੀ ਇੱਕ ਬਿਜਲੀ ਬੋਰਡ ਦੀ ਕੋਲੇ ਦੀ ਰੌਲਾ ਰੱਪਾ ਪੈ ਰਿਹਾ ਵੀ ਬਿਜਲੀ ਬੋਰਡ ਨੂੰ ਕੋਲੇ ਦਾ ਜਿਹੜਾ ਬਣਦਾ ਜਿਹੜਾ ਉਹਦਾ ਕੋਟਾ ਉਹ ਨਹੀਂ ਦਿੱਤਾ ਜਾਂਦਾ, ਕਿ ਜਦੋਂ ਕਿ ਆਮ ਤੌਰ 'ਤੇ ਪਤਾ ਸੀ ਵੀ ਬਿਜਲੀ ਬੋਰਡ ਦੀ ਆਪਣੀ ਇੱਕ ਖਾਨ ਹੈ ਅਤੇ ਉਸ ਖਾਨ ਦਾ ਹੁਣ ਤੱਕ ਦਾ ਜਿਹੜਾ ਕੋਲਾ ਉਹ ਬਾਹਰ ਕੱਢਿਆ ਨਹੀਂ ਜਾ ਸਕਿਆ, ਜਾਂ ਉਹਦੇ 'ਚ ਵੀ ਕੋਈ ਘਪਲੇਬਾਜ਼ੀ ਹੈ? ਇਹੋ ਹੀ ਮੈਂ ਤੁਹਾਨੂੰ ਦੱਸਿਆ, ਕਿਉਂਕਿ ਅਸੀਂ ਬਿਨਾਂ ਤੱਥਾਂ ਤੋਂ ਐਵੇਂ ਤੁਹਾਡੇ ਨਾਲ ਕੋਈ ਗੱਲ ਕਰੀਏ ਉਹ ਸਾਨੂੰ ਚੰਗੀ ਸ਼ੋਭਾ ਨਹੀਂ ਦਿੰਦੀ। ਲੇਕਿਨ ਜਿੰਨਾ ਕੁ ਸਾਨੂੰ ਪਤਾ ਲੱਗਿਆ ਆ ਕਿ ਜੋ ਅਪੀਲ ਇਹਨਾਂ ਨੂੰ ਅੱਗੇ ਕਰਨੀ ਚਾਹੀਦੀ ਸੀ ਉਹ ਅਪੀਲ ਨਹੀਂ ਕੀਤੀ, ਔਰ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਉਹ ਜਿਹੜਾ ਕੋਲ ਵਾਸ਼ਿੰਗ ਦੇ ਵਿੱਚ ਪੈਸਾ ਇੰਨਾ ਦੇ ਦਿੱਤਾ ਗਿਆ ਆ। ਉਹ ਬਿੱਲ ਮੰਨ ਲਓ ਹੁਣ ਕਿੱਡੀ ਵੱਡੀ ਅਮਾਊਂਟ ਆ, ਉਹ ਕਿੱਥੇ ਖਰਚਾ ਪੈਣਾ? ਉਹ ਲੋਕਾਂ ਦੇ ਪਰ ਯੂਨਿਟ 'ਤੇ ਪੈਣਾ। ਪਰ ਯੂਨਿਟ ਦੇ ਵਿੱਚ ਗਰੀਬ ਵੀ ਆਉਂਦਾ, ਅਮੀਰ ਵੀ ਆਉਂਦਾ, ਚਾਹੇ ਕੋਈ ਵੀ ਹੈ। ਚਲੋ ਗਰੀਬ ਤਾਂ ਇੱਧਰੋਂ ਉੱਧਰੋਂ ਕਰਕੇ ਦੇ ਹੀ ਨਹੀਂ ਸਕਦਾ, ਲੇਕਿਨ ਅਮੀਰ ਦੇਊਗਾ ਵੀ, ਲੇਕਿਨ ਚੀਕਾਂ ਤਾਂ ਉਹ ਵੀ ਮਾਰੂਗਾ। ਇੱਕ ਮੇਰਾ ਹੋਰ ਆਖਰੀ ਸਵਾਲ ਹੈ ਕਿ ਜਿਹੜੀ ਬਿਜਲੀ ਬੋਰਡ ਦੀ ਹੁਣ ਜਿਹੜੀ ਸਾਡੀ ਪ੍ਰੋਡਕਸ਼ਨ ਅਤੇ ਸਾਡਾ ਜਿਹੜੇ ਡਿਮਾਂਡ ਹੈ, ਇਹ 'ਚ ਬੜਾ ਜ਼ਮੀਨ ਸਮਾਨ ਦਾ ਫਰਕ ਹੈ, ਅਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਇਹ ਕੋਸ਼ਿਸ਼ ਆਪਣੀਆਂ ਵੋਟਾਂ ਬਟੋਰਨ ਲਈ ਇਹ ਜਿਹੜੀਆਂ ਰਿਆਇਤਾਂ ਦੀ ਗੱਲ ਕਰਦੀ ਹੈ, ਯੂਨਿਟ ਮਾਫ ਕਰਨ ਦੀ ਗੱਲ ਕਰਦੀ ਹੈ, ਕੀ ਇਹਦੇ ਨਾਲ ਕੋਈ ਬਿਜਲੀ ਬੋਰਡ ਸਟੇਬਲ ਰਹੇਗਾ, ਜਾਂ ਇਹ ਵੀ ਪ੍ਰਾਈਵੇਟ ਜਿਹੜਾ ਡਿਸਟਰੀਬਿਊਸ਼ਨ ਹੈ, ਜਿਹੜਾ ਇੱਕ ਹਿੱਸਾ ਸੀ ਬਿਜਲੀ ਬੋਰਡ ਦਾ, ਉਹ ਵੀ ਪ੍ਰਾਈਵੇਟਾਈਜ਼ ਵੱਲ ਨੂੰ ਵੱਧ ਜਾਏਗਾ? ਇਹ ਜਿਹੜਾ ਬਿਜਲੀ ਫ੍ਰੀ ਦੇਣ ਦਾ ਫਿਨੋਮਨਾ ਆ, ਇਹ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਲੋਕਾਂ ਨੂੰ ਰੁਜ਼ਗਾਰ ਦਈਏ, ਮੈਂ ਤਾਂ ਇੰਨੀ ਗੱਲ ਆਪਣੇ ਲੋਕਾਂ ਦੇ ਅਨੁਸੂਚਿਤ ਜਾਤੀ ਵਰਗ ਨੂੰ ਜ਼ਰੂਰ ਕਹੂੰਗਾ, ਜੇਕਰ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਅਸੀਂ ਕਿਸੇ ਤੋਂ ਵੀ ਫ੍ਰੀ ਕੋਈ ਰਿਆਇਤ ਨਹੀਂ ਮੰਗਦੇ।
ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸਾਡੇ ਬੱਚੇ ਜੇਕਰ ਕਮਾਉਣਗੇ, ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਅਸੀਂ ਹਰ ਚੀਜ਼ ਮੁੱਲ ਲੈਣ ਲਈ ਤਿਆਰ ਹਾਂ। ਪਰ ਜਿੱਥੇ ਤੱਕ ਸਾਨੂੰ ਇਹ ਲੱਗਦਾ ਕਿ ਇਹਨੂੰ ਵੀ ਫ੍ਰੀ ਦੇ ਦਿਓ, ਇਹਨੂੰ ਵੀ ਫ੍ਰੀ ਦੇ ਦਿਓ, ਇਹ ਤੁਸੀਂ ਆਪ ਸੋਚ ਸਕਦੇ ਆ ਕਿ ਗੌਰਮੈਂਟ ਦੇ ਕੋਲ ਕਿਹੜਾ ਖਜ਼ਾਨਾ ਆ ਜਿੱਥੋਂ ਗੌਰਮੈਂਟ ਨੇ ਫ੍ਰੀ ਦੇਣੀ ਹੈ। ਜਿਹੜੀ ਚੀਜ਼ ਫ੍ਰੀ ਪੈਦਾ ਹੋ ਨਹੀਂ ਸਕਦੀ, ਉਹਨੂੰ ਫ੍ਰੀ ਦਿੱਤਾ ਕਿੱਦਾਂ ਜਾ ਸਕਦਾ। ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ। ਜੇਕਰ ਇਹੋ ਜਿਹਾ ਗੌਰਮੈਂਟ ਕਰ ਰਹੀ ਆ ਆਪਣੇ ਸਰਕਾਰਾਂ ਚਲਾਉਣ ਲਈ, ਤੇ ਇਹ ਆਪਾਂ ਨੂੰ ਇਹ ਦੇਖ ਰਹੇ ਆ ਕਿ ਦੇਸ਼ ਦਾ ਹਾਲ ਜਿਹੜਾ ਕਿੱਧਰ ਨੂੰ ਜਾ ਰਿਹਾ। ਕਿਉਂਕਿ ਇੱਕ ਬਿਜਲੀ ਬੋਰਡ ਇਹੋ ਜਿਹੀ ਚੀਜ਼ ਆ, ਜਾਂ ਬਿਜਲੀ ਇੱਕ ਇਹੋ ਜਿਹੀ ਚੀਜ਼ ਆ ਲੋਕਾਂ ਦੇ ਲਈ ਕਿ ਜਿੱਥੇ ਜੰਗਲ ਹੁੰਦਾ, ਜਦੋਂ ਬਿਜਲੀ ਉੱਥੇ ਚਲ ਜਾਂਦੀ ਤਾਂ ਉਹ ਆਬਾਦ ਹੋ ਜਾਂਦੇ ਆ। ਲੇਕਿਨ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਘਰਾਣੇ ਵੱਡਿਆਂ ਦੇ ਹੱਥਾਂ 'ਚ ਦੇ ਕੇ ਲੋਕਾਂ ਦਾ ਖੂਨ ਨਿਚੋੜਨਾ, ਤਾਂ ਉਹ ਦਿਨ ਦੂਰ ਨਹੀਂ ਗੇ ਕਿ ਜਦੋਂ ਅਸੀਂ ਕਹਿੰਦੇ ਸੀ ਵੀ ਦੇਸ਼ ਸਾਡਾ ਆਜ਼ਾਦ ਚਾਹੀਦਾ। ਮੈਂ ਤਾਂ ਅੱਜ ਵੀ ਕਹਿੰਦਾ ਵੀ ਦੇਸ਼ ਜਿਹੜਾ ਸਾਡਾ ਆਜ਼ਾਦ ਨਹੀਂ, ਅਸੀਂ ਆਰਥਿਕ ਤੌਰ 'ਤੇ ਹੁਣ ਗੁਲਾਮ ਹੋ ਗਏ ਹਾਂ। ਕਿਉਂਕਿ ਜਦੋਂ ਮੈਂ ਕਿਸੇ ਨੂੰ ਪੈਸਾ ਦੇਣਦਾਰ ਹੋਊਂਗਾ ਤੇ ਮੈਨੂੰ ਨੈਚੁਰਲੀ ਉਹਦੀਆਂ ਕੰਡੀਸ਼ਨਾਂ ਜਿਹੜੀਆਂ ਫੋਲੋ ਕਰਨੀਆਂ ਪੈਣਗੀਆਂ। ਸੋ ਇਸ ਕਰਕੇ ਮੈਂ ਰਾਜਨੀਤਿਕ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜੇਕਰ ਉਹ ਆਉਂਦੇ ਆ ਪਾਵਰ ਦੇ ਵਿੱਚ, ਕੋਈ ਵੀ ਬੰਦਾ ਆਉਂਦਾ, ਕਿਰਪਾ ਕਰਕੇ ਉਹ ਆਪਣੇ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਾਡਾ ਕਰੈਕਟਰ ਡਿਵੈਲਪ ਨਹੀਂ ਹੋਇਆ, ਕਰੈਕਟਰ ਦੇ ਐਂਗਲ ਤੋਂ ਜਿੰਨੀ ਦੇਰ ਤੱਕ ਸਾਡਾ ਪੰਜਾਬ ਜਾਂ ਭਾਰਤ ਦੇ ਲੋਕ ਜਿਹੜੇ ਰਾਜਨੀਤੀ 'ਚ ਆ ਰਹੇ ਜਾਂ ਸਾਰੇ ਹੀ, ਜਦੋਂ ਤੱਕ ਕਰੈਕਟਰ ਸਾਡਾ ਡਿਵੈਲਪ ਨਹੀਂ ਹੁੰਦਾ, ਅਸੀਂ ਦੇਸ਼ ਲਈ ਨਹੀਂ ਸੋਚ ਸਕਦੇ, ਅਸੀਂ ਆਪਣੇ ਲਈ ਸੋਚਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਬਿਜਲੀ ਬੋਰਡ ਦੀ ਜਿਹੜੀ ਅੱਜ ਦੀ ਜਿਹੜੀ ਦੁਰਦਸ਼ਾ ਜਾਂ ਲੋਕਾਂ ਨੂੰ ਜਿਹੜੀ ਬਿਜਲੀ ਨਹੀਂ ਮਿਲਦੀ, ਸਾਡੇ ਇੰਜੀਨੀਅਰਿੰਗ ਵੀ ਇਹਦੇ 'ਚ ਜਿਹੜੇ ਇੰਜੀਨੀਅਰ ਨੇ, ਜਿਹੜੇ ਅਧਿਕਾਰੀ ਨੇ, ਕਿ ਉਹ ਤੁਸੀਂ ਸਮਝਦੇ ਨਹੀਂ ਵੀ ਇਹ ਵੀ ਜ਼ਿੰਮੇਵਾਰ ਨੇ ਜਿਹੜੇ ਗਲਤ ਤੱਥ ਜਿਹੜੇ ਆ ਪੇਸ਼ ਕਰਕੇ ਸਰਕਾਰ ਨੂੰ ਪੇਸ਼ ਕਰਦੇ ਨੇ, ਜਾਂ ਜਿਹੜਾ ਟੈਰਿਫ ਨੂੰ ਆਪਾਂ ਡਿਕਲੇਅਰ ਕਰਦੇ ਹਾਂ, ਜਾਂ ਹੋਰ ਸਾਰੇ ਜਿਹੜੇ ਇਹਦੇ ਤੋਂ ਜਾਣੂ ਸਰਕਾਰ ਨੂੰ ਸਾਡੇ ਜਿਹੜੇ ਅਧਿਕਾਰੀ ਨਹੀਂ ਕਹਿੰਦੇ ਕਿ ਇਹ ਵੀ ਇੱਕ ਜ਼ਿੰਮੇਵਾਰ ਨੇ ਇਸ ਗੱਲ ਦੇ। ਅਧਿਕਾਰੀ ਵੀ ਜ਼ਿੰਮੇਵਾਰ ਆ ਔਰ ਸਰਕਾਰਾਂ ਵੀ ਜ਼ਿੰਮੇਵਾਰ ਆ। ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਬੜੇ ਆਪਣੇ ਵਰਗ ਦੇ ਦੁੱਖ ਦੀ ਗੱਲ ਕਰੂੰਗਾ। ਜਦੋਂ ਤੋਂ ਬਿਜਲੀ ਬੋਰਡ ਬਣਿਆ ਆਜ਼ਾਦੀ ਤੋਂ ਬਾਅਦ, ਅੱਜ ਤੱਕ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਵਰਗ ਦਾ ਡਾਇਰੈਕਟਰ ਇੱਕ ਵਾਰੀ ਲੱਗਾ, ਇੱਕ ਵਾਰੀ, ਉਹ ਵੀ ਬਾਦਲ ਗੌਰਮੈਂਟ ਦੇ ਵਿੱਚ ਲੱਗਾ ਸੀ। ਤੁਸੀਂ ਇਹ ਦੇਖ ਲਓ ਵੀ ਸਾਨੂੰ ਮਿਨਿਸਟਰ ਤਾਂ ਬਣਾ ਸਕਦੇ ਹੋ, ਲੇਕਿਨ ਮੈਨੇਜਮੈਂਟ ਦੇ ਵਿੱਚ ਸਾਨੂੰ ਹਿੱਸਾ ਨਹੀਂ ਮਿਲ ਰਿਹਾ। ਜਦੋਂ ਅਸੀਂ ਸੋਚਦੇ ਹਾਂ ਕਿ ਰਿਜ਼ਰਵੇਸ਼ਨ ਕਰਕੇ ਦੇਸ਼ ਪਤਾ ਨਹੀਂ ਪਿੱਛੇ ਨੂੰ ਚਲੇ ਗਿਆ, ਉਹ ਇਹ ਨਹੀਂ ਕਦੀ ਸੋਚਣ ਤਾਂ ਸਹੀ ਕਿ ਰਿਜ਼ਰਵ ਵਾਲੇ ਬੰਦਿਆਂ ਨੂੰ ਮੌਕਾ ਵੀ ਕਦੀ ਮੈਨੇਜਮੈਂਟ ਦੇ ਵਿੱਚ ਦਿੱਤਾ। ਅਸੀਂ ਜਿਹੜਾ SDO ਤੋਂ ਲੈ ਕੇ ਚੀਫ ਤੱਕ ਪਹੁੰਚਦੇ ਹਾਂ, ਉਹ ਆਪਣੇ ਰਿਕਰੂਟਮੈਂਟ ਦੇ ਮੁਤਾਬਕ ਪਹੁੰਚ ਜਾਂਦੇ। ਡਾਇਰੈਕਟਰ ਦੀ ਪੋਸਟ ਜਿਹੜੀ ਆ, ਇਹ ਪੋਲੀਟੀਕਲ ਪੋਸਟ ਆ। ਪੋਲੀਟੀਕਲ ਪੋਸਟ ਦੇ ਉੱਤੇ ਸਾਡੇ ਬੰਦਿਆਂ ਕੋਲ ਕੁਛ ਵੀ ਲਾ ਲਓ, ਚਾਹੇ ਉਹਨਾਂ ਦਾ ਪੈਸਾ ਨਹੀਂ ਹੁੰਦਾ ਦੇਣ ਲਈ, ਜਾਂ ਉਹਨਾਂ ਦੇ ਕੋਲ ਇਹ ਕਹਿ ਲਈਏ ਕਿ ਉਹ ਜਿਹੜਾ ਹੈ ਉਹਨਾਂ ਦੀ ਅਪਰੋਚ ਨਹੀਂ ਹੁੰਦੀ। ਜਿਸ ਕਰਕੇ ਹੁਣ ਜਿਹੜਾ ਸਰਾਹ ਆ, ਜੇ ਮੈਂ ਇਹ ਕਹਾਂ, ਕਾਂਗਰਸ ਗੌਰਮੈਂਟ ਨੇ ਹੀ ਉਹਨੂੰ ਐਕਸਟੈਂਸ਼ਨ ਕਿਉਂ ਨਹੀਂ ਦਿੱਤੀ ਜੂਨ 2020 ਦੇ ਵਿੱਚ? ਬਿੰਨੂ ਪ੍ਰਸਾਦ ਜੀ ਜਿਹੜੇ IAS ਅਫਸਰ ਸੀ, ਉਹਨਾਂ ਨੂੰ ਫੇਰ ਚਾਰਜ ਦੇ ਦਿੱਤਾ। ਉਸ ਤੋਂ ਬਾਅਦ ਹੁਣ ਚੰਨੀ ਗੌਰਮੈਂਟ ਆਈ ਤਾਂ ਫਿਰ ਕਿਉਂ ਲੱਗੇ? ਹੁਣ ਕੀ ਉਹਦੇ ਵਿੱਚ ਕਿਹੜੀ ਡਿਵੈਲਪਮੈਂਟ ਆ ਗਈ ਸੀ ਵੀ ਹੁਣ ਉਹ ਅਧਿਕਾਰੀ ਠੀਕ ਹੋ ਗਿਆ ਆ, ਤੇ ਪਹਿਲਾਂ ਜਿਹੜਾ ਜੂਨ 2020 ਦੇ ਵਿੱਚ ਮਾੜਾ ਸੀਗਾ? ਇਸ ਕਰਕੇ ਮੇਰੀ ਗੌਰਮੈਂਟ ਦੇ ਕੋਲੋਂ ਵੀ ਇਹ ਕੁਐਸਚਨ ਹੈ। ਗੱਲ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ, ਗੱਲ ਥੋੜ੍ਹੀ ਲੰਬੀ ਹੁੰਦੀ ਹੈ, ਵੀ ਤੁਹਾਡੀ ਇਸ ਗੱਲ ਨੇ ਇੱਕ ਨਵੀਂ ਜਿਹੜੀ ਚਰਚਾ ਛੇੜੀ ਵੀ 2020 'ਚ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ, ਉਸ ਵੇਲੇ ਬਲਦੇਵ ਸਿੰਘ ਸਰਾਂ ਜਿਹੜੇ ਚੇਅਰਮੈਨ CMD ਸੀ, ਉਸ ਤੋਂ ਬਾਅਦ ਉਹ ਰਿਜ਼ਾਈਨ ਕਰਕੇ ਛੱਡ ਕੇ ਕੱਢ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਚੰਨੀ ਸਰਕਾਰ ਜਦੋਂ ਆਈ, ਅਤੇ ਚੰਨੀ ਸਰਕਾਰ ਨੇ ਫਿਰ ਇਹਨਾਂ ਨੂੰ ਮਤਲਬ ਜਿਹੜਾ ਉਹ ਚੇਅਰਮੈਨ ਲਾਤਾ। ਕਿ ਜਿਹੜੀ ਉਹ ਤੁਸੀਂ ਘਪਲੇ ਦੀ ਗੱਲ ਕਰਦੇ ਹੋ, 300 ਜਾਂ ਜਿੰਨੀ ਵੀ 3 ਕਿੱਲੇ ਜਿਹੜੇ ਅੰਮ੍ਰਿਤਸਰ ਦੀ ਹੈ, ਕਿਤੇ ਇਹ ਇੱਕ ਮਿਲੀ ਭੁਗਤ ਨਹੀਂ ਰਾਜਨੀਤਿਕ ਅਤੇ ਔਰ ਸਾਡੇ CMD ਵੀ ਜਿਹੜੀ ਉਹ ਜ਼ਮੀਨ ਖਾਲੀ ਕੀਤੀ ਹੈ, ਜਾਂ ਜਿਹੜਾ ਘਰ ਖਾਲੀ ਦਫ਼ਤਰ ਖਾਲੀ ਕੀਤਾ, ਉਹਦੇ ਪਿੱਛੇ ਕੋਈ ਇੱਦਾਂ ਦੇ ਕੋਈ ਰਾਜਨੀਤਿਕ ਲੋਕ ਹੋਣ ਜਿਨ੍ਹਾਂ ਨੇ ਇਹਨਾਂ ਨੂੰ CMD ਦੁਬਾਰਾ ਲਵਾਇਆ ਹੋਵੇ, ਅਤੇ ਇੱਦਾਂ ਦਾ ਜਿਹੜਾ ਉਹ ਫੈਸਲਾ ਕਰਾ ਕੇ ਉਹ ਜਗ੍ਹਾ ਜਿਹੜੀ ਹੜੱਪ ਲਈ ਹੋਵੇ? ਬਿਨਾਂ ਰਾਜਨੀਤਿਕ ਮਿਲੀ ਭੁਗਤ ਦੇ CMD ਅੱਜ ਤੱਕ ਲੱਗਦਾ ਹੀ ਨਹੀਂ, ਕਿਉਂਕਿ ਇਹ ਰਾਜਨੀਤਿਕ ਹੀ ਪੋਸਟ ਆ।
ਤੇ ਮੈਂ ਤਾਂ ਇਹ ਕਹੂੰਗਾ ਕਿ ਕੀ ਉਹਨਾਂ ਕੋਲ ਕੈਪੇਬਲ ਬੰਦੇ ਹੋਰ ਨਹੀਂ ਸੀਗੇ? ਵਾਰ-ਵਾਰ ਕਿਸੇ ਬੰਦੇ ਨੂੰ ਮੌਕਾ ਦੇਣ ਦਾ ਮਤਲਬ ਕੀ ਹੈ? ਮੈਂ ਤਾਂ ਇਹ ਬਿਲਕੁਲ ਮੰਗ ਕਰੂੰਗਾ ਕਿ ਜਦੋਂ ਪਹਿਲਾਂ ਵੀ ਕਾਂਗਰਸ ਗੌਰਮੈਂਟ ਸੀ ਔਰ ਚੰਨੀ ਦੀ ਵੀ ਉਸੇ ਗੌਰਮੈਂਟ ਨਿਕਲੀ ਸੀ, ਤੇ ਜੇ ਜੂਨ 2020 ਦੇ ਵਿੱਚ ਉਹ ਠੀਕ ਸੀ ਤੇ ਜਿਹੜੇ ਉਸ ਵੇਲੇ ਮਿਨਿਸਟਰ ਸੀ ਚੰਨੀ ਦੇ ਨਾਲ ਵੀ ਉਹੀ ਮਿਨਿਸਟਰ ਸੀਗੇ, ਫਰਕ ਤਾਂ ਕੋਈ ਖਾਸ ਨਹੀਂ ਸੀ। ਕੀ ਫਰਕ ਨਿਕਲਿਆ? ਇਹ ਇੱਕ ਇਨਕੁਆਇਰੀ ਦਾ ਵਿਸ਼ਾ ਆ, ਇਹ ਇੱਕ ਲੋਕਾਂ ਦੇ ਲਈ ਇੱਕ ਕੁਐਸਚਨ ਦਾ ਵਿਸ਼ਾ ਆ। ਅਸੀਂ ਬਹੁਤ ਜ਼ੋਰ ਲਾਇਆ ਸੀਗਾ ਕਿ ਜਿਹੜਾ ਆ ਕੋਈ ਇਮਾਨਦਾਰ ਬੰਦਾ ਲਾ ਦਿਓ, ਕੋਈ ਵੀ ਲਾ ਦਿਓ। ਜਦੋਂ ਲੋਕ ਕੁਰਸੀ ਤੋਂ ਭਾਲ ਕਰਨਗੇ ਕਿ ਮੇਰੀ ਬਦਲੀ ਨਾ ਕਰ ਦਿੱਤੀ ਜਾਵੇ, ਮੇਰੀ ਬਦਲੀ ਨਾ ਕਰ ਦਿੱਤੀ ਜਾਵੇ, ਮੈਂ ਇੰਜੀਨੀਅਰ ਜਿੰਨੇ ਵੀ ਸਾਡੇ ਅਫਸਰ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤਨਖਾਹਾਂ ਬਹੁਤ ਜ਼ਿਆਦਾ ਮਿਲਦੀਆਂ, ਜੇਕਰ ਉਹ ਇਮਾਨਦਾਰੀ ਦੇ ਨਾਲ ਕੰਮ ਕਰ ਲੈਣ ਤੇ ਬਦਲੀਆਂ ਤੋਂ ਨਾ ਡਰਨ। ਉਹ ਵੀ ਜ਼ਮਾਨਾ ਸੀ ਜਦੋਂ ਹਰ 6 ਮਹੀਨੇ ਬਾਅਦ ਬਦਲੀ ਹੁੰਦੀ ਸੀ ਔਰ ਅਸੀਂ ਕਲੋਨੀਆਂ 'ਚ ਹੀ ਰਹਿੰਦੇ ਰਹੇ ਹਾਂ। ਅੱਜ ਕੀ ਬਿਮਾਰੀ ਪੈ ਗਈ ਹੈ ਵੀ ਅਸੀਂ ਬਦਲੀਆਂ ਤੋਂ ਇੰਨੇ ਡਰ ਗਏ ਔਰ ਇੱਥੇ ਤੱਕ ਵਿਕ ਗਏ। ਸੋ ਸਾਨੂੰ ਆਪਣੇ ਕਰੈਕਟਰ ਦੇ ਵਿੱਚ ਡਿਵੈਲਪਮੈਂਟ ਕਰਨੀ ਪੈਣੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਡੇ ਇਸ ਚੈਨਲ ਨਾਲ ਜੁੜ ਕੇ ਤੁਸੀਂ ਸਮਾਜ ਦੇ ਉਸ ਵਰਗ ਨੂੰ ਜਿਹੜਾ ਸਾਡੇ ਪੰਜਾਬ ਦੇ ਲੋਕ ਨੇ, ਹਿੰਦੁਸਤਾਨ ਦੇ ਲੋਕ ਨੇ, ਇਸ ਸਾਰੀ ਪੋਲੀਟੀਕਲ ਔਰ ਬਿਜਲੀ ਬੋਰਡ ਦੇ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਦੀ ਨਲਾਇਕੀ ਕਰਕੇ ਅੱਜ ਜਿਹੜਾ ਇਹ ਬਿਜਲੀ ਬੋਰਡ ਦਾ ਅਦਾਰਾ ਜਿਹੜਾ ਉਹ ਘਾਟੇ ਵੱਲ ਵਧਿਆ ਔਰ ਲੋਕਾਂ ਨੂੰ ਜਿਹੜੀ ਬਿਜਲੀ ਸਮੇਂ ਸਿਰ ਨਹੀਂ ਮਿਲ ਰਹੀ, ਔਰ ਉਹ ਜਿਹੜੇ ਫਰਾਡ ਨੇ ਜਾਂ ਜਿਹੜੇ ਘਪਲੇ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ, ਉਹਨਾਂ ਘਪਲਿਆਂ ਨੂੰ ਤੁਸੀਂ ਬਾਹਰ ਕੱਢ ਕੇ ਇੱਕ ਬਹੁਤ ਵੱਡਾ ਕਾਰਜ ਕੀਤਾ। ਸੋ ਸਾਡੀ ਬੇਨਤੀ ਹੈ ਵੀ ਤੁਸੀਂ ਵਿਜੀਲੈਂਸ ਬਿਊਰੋ ਨੂੰ ਵੀ ਬੇਨਤੀ ਹੈ ਵੀ ਜਿਹੜੀ ਵੀ ਸ਼ਿਕਾਇਤ ਜੱਸਲ ਸਾਹਿਬ ਨੇ ਕੀਤੀ ਹੈ ਇਹਦੀ ਜਿਹੜੀ ਆ ਇਨਕੁਆਇਰੀ ਇੰਡੀਪੈਂਡੈਂਟ ਤੌਰ ਦੇ ਉੱਤੇ, ਆਜ਼ਾਦਾਨਾ ਤੌਰ ਦੇ ਉੱਤੇ ਜਿਹੜੀ ਉਹ ਕਰਵਾਉਣ ਦੀ ਜਿਹੜੀ ਆ ਉਹ ਉਪਰਾਲਾ ਜ਼ਰੂਰ ਕੀਤਾ ਜਾਵੇ। ਸੋ ਮੈਂ ਕਹਿਣਾ ਚਾਹੁੰਦੇ ਜੀ, ਲਓ ਜੀ ਇੱਕ ਗੱਲ ਕਰ ਲਓ। ਮੈਂ ਵਿਜੀਲੈਂਸ ਅਥਾਰਟੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਪਹਿਲਾਂ ਵੀ ਸ਼ਿਕਾਇਤ ਇੱਕ ਕਰ ਚੁੱਕਾ ਹਾਂ ਕਿ ਬਲਦੇਵ ਸਿੰਘ ਸਰਾਂ ਨੇ ਸਾਡੇ ਅਨੁਸੂਚਿਤ ਜਾਤੀ ਵਰਗ ਦੇ ਨਾਲ ਧੱਕਾ ਕੀਤਾ ਸੀ ਔਰ ਸਾਡੇ ਅਨੁਸੂਚਿਤ ਜਾਤੀ ਵਰਗ ਦੇ ਅਧਿਕਾਰੀ ਨੂੰ ਛੁੱਟੀ ਭੇਜ ਕੇ ਜਨਰਲ ਦੇ ਅਧਿਕਾਰੀ ਨੂੰ ਪ੍ਰਮੋਟ ਕੀਤਾ ਸੀ। ਉਸ ਵੇਲੇ ਦੀ ਮੇਰੀ ਸ਼ਿਕਾਇਤ ਜਿਹੜੀ ਚੱਲ ਰਹੀ ਹੈ ਔਰ ਮੈਂ ਇਹ ਵਾਰ-ਵਾਰ ਲਿਖ ਰਿਹਾ ਕਿ ਪੰਜਾਬ ਗੌਰਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਕਿਸੇ ਨੂੰ ਵੀ ਛੁੱਟੀ ਭੇਜ ਕੇ ਚੀਫ ਇੰਜੀਨੀਅਰ ਨਹੀਂ ਬਣਾਇਆ ਜਾ ਸਕਦਾ ਔਰ ਉਹਦੇ ਵਿੱਚ ਵਿੱਤੀ ਨੁਕਸਾਨ ਹੋ ਰਿਹਾ ਆ। ਬੰਦੇ ਦੀ ਉਹਦੀ ਵਾਰੀ ਨਹੀਂ ਆਉਂਦੀ ਹੁੰਦੀ, ਉਹਨੂੰ ਅਸੀਂ ਚੀਫ ਇੰਜੀਨੀਅਰ ਜਦੋਂ ਰਿਟਾਇਰ ਕਰਦੇ ਹਾਂ ਤੇ ਉਹਨੂੰ ਚੀਫ ਇੰਜੀਨੀਅਰ ਦੇ ਪੈਨਸ਼ਨਰੀ ਬੈਨੀਫਿਟ ਮਿਲਦੇ, ਜਦੋਂ ਉਹਦੇ ਨਾਲ ਪੰਜਾਬ ਗੌਰਮੈਂਟ ਦਾ ਲਾਸ ਹੁੰਦਾ। ਉਹ ਇਨਕੁਆਇਰੀ ਸਾਡੀ ਹਾਲੇ ਤੱਕ ਪੈਂਡਿੰਗ ਆ, ਹਾਲੇ ਤੱਕ ਸਾਨੂੰ ਵਿਜੀਲੈਂਸ ਬਿਊਰੋ ਨੇ ਦੱਸਿਆ ਨੀਗਾ, ਬੜੀ ਦੇਰ ਤੋਂ ਸਾਡੀ ਸ਼ਿਕਾਇਤ ਉਹ ਚੱਲ ਰਹੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਨਾਲ ਜੁੜਨ ਦਾ। ਸੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।